सत श्री अकाल जी सारिਆਂ ਨੂੰ। मेरा नाम रॉकी है। ਮੈਨੂੰ नहीं पता सी कि मेरी किस्मत एक दिन ਮੈਨੂੰ कित्थे लैके जावेगी। श्रीलंका ਵਿੱਚ ਰਹਿਣ ਵਾਲੀਆਂ ਔਰਤਾਂ 17-18 ਸਾਲ ਦੇ ਨੌਕਰਾਂ ਨੂੰ ਨੌਕਰੀ ਤੇ ਕਿਉਂ ਰੱਖਦੀਆਂ ਸਨ ਅਤੇ ਉਹਨਾਂ ਨੂੰ ਵੱਧ ਤਨਖਾਹ ਕਿਉਂ ਦਿੰਦੀਆਂ ਸਨ। ਭਾਰਤ ਤੋਂ ਭੱਜ ਕੇ ਸ਼੍ਰੀਲੰਕਾ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਵਾਪਸ ਆ ਕੇ ਸਾਰੀ ਗੱਲ ਦੱਸੀ। ਇਸ ਮੁੰਡੇ ਦੀ ਕਹਾਣੀ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਲੋਕ ਹਮੇਸ਼ਾ ਕੁੜੀਆਂ ਨੂੰ ਚੰਗੀ ਕਿਸਮਤ ਦਾ ਆਸ਼ੀਰਵਾਦ ਦਿੰਦੇ ਹਨ। ਆਖਰਕਾਰ ਮੁੰਡਿਆਂ ਨੂੰ ਚੰਗੀ ਕਿਸਮਤ ਦਾ ਆਸ਼ੀਰਵਾਦ ਕਿਉਂ ਨਹੀਂ ਦਿੱਤਾ ਜਾਂਦਾ। ਮੁੰਡਿਆਂ ਨੂੰ ਵੀ ਕੁੜੀਆਂ ਵਾਂਗ ਪਿਆਰ ਅਤੇ ਸਤਿਕਾਰ ਦੀ ਲੋੜ ਹੁੰਦੀ ਆ। ਜੇਕਰ ਬਦਸਲੂਕੀ ਦਾ ਤਾਨਾ ਕਿਸੇ ਕੁੜੀ ਦੇ ਦਿਲ ਨੂੰ ਠੇਸ ਪਹੁੰਚਾ ਸਕਦਾ ਤਾਂ ਕੀ ਕਦੇ ਕਿਸੇ ਨੇ ਇਹ ਵੀ ਸੋਚਣ ਦੀ ਕੋਸ਼ਿਸ਼ ਕੀਤੀ ਆ ਕਿ ਇਹ ਤਾਨੇ ਮੁੰਡਿਆਂ ਦੇ ਦਿਲਾਂ ਨੂੰ ਵੀ ਠੇਸ ਪਹੁੰਚਾ ਸਕਦੇ ਹਨ। ਜਦੋਂ ਤੋਂ ਮੈਂ ਪੈਦਾ ਹੋਇਆ ਸੀ ਮੈਂ ਹਰ ਪਾਸੇ ਗਰੀਬੀ ਦੇਖੀ। ਘਰ ਵਿੱਚ ਮੇਰੇ ਪਿਤਾ ਜੀ ਹੀ ਕਮਾਊ ਵਿਅਕਤੀ ਸਨ ਅਤੇ ਬਾਕੀ ਲੋਕ ਬੈਠ ਕੇ ਖਾਣ ਵਾਲੇ ਸਨ। ਮੁਸੀਬਤ ਇਹ ਸੀ ਕਿ ਮੈਂ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਮੇਰੀਆਂ 7 ਭੈਣਾਂ ਸਨ ਤੇ ਮੈਂ ਸਭ ਤੋਂ ਵੱਡਾ ਸੀ। ਸਾਰੀਆਂ ਭੈਣਾਂ ਮੇਰੇ ਨਾਲੋਂ ਛੋਟੀਆਂ ਸਨ ਤੇ ਮੈਂ 7 ਭੈਣਾਂ ਦਾ ਇਕੱਲਾ ਭਰਾ ਸੀ। ਕਿਹਾ ਜਾਂਦਾ ਹੈ ਕਿ ਘਰ ਦਾ ਸਭ ਤੋਂ ਵੱਡਾ ਪੁੱਤਰ ਜ਼ਿੰਮੇਵਾਰੀ ਨੂੰ ਨਿਭਾਉਂਦਾ ਹੈ ਤੇ ਇਹ ਪੁੱਤਰ ਹੀ ਆਪਣੇ ਪਿਤਾ ਨੂੰ ਮਾਣ ਮਹਿਸੂਸ ਕਰਵਾਉਂਦਾ ਹੈ। ਮਾਪੇ ਸੋਚਦੇ ਹਨ ਕਿ ਇਹ ਸਾਡਾ ਸਹਾਰਾ ਬਣੇਗਾ, ਪਰ ਮੇਰੇ ਹਿਸਾਬ ਕੁਝ ਵੱਖਰਾ ਹੀ ਸੀ। ਮੇਰੇ ਘਰ ਦੇ ਸਾਰੇ ਲੋਕ ਬਿਲਕੁਲ ਠੀਕ ਸਨ, ਸੁੰਦਰਤਾ ਤੇ ਬੁੱਧੀ ਵਿੱਚ ਤੇ ਕੱਦ ਸਿਹਤ ਵਿੱਚ, ਪਰ ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਕੀ ਹੋ ਗਿਆ ਸੀ। ਬਚਪਨ ਤੋਂ ਹੀ ਮੇਰਾ ਕੱਦ ਬਹੁਤ ਛੋਟਾ ਸੀ ਤੇ ਮੇਰੀ ਸਿਹਤ ਵੀ ਬਹੁਤ ਕਮਜ਼ੋਰ ਸੀ। ਮੈਂ ਬਿਲਕੁਲ 14-15 ਸਾਲ ਦੇ ਮੁੰਡੇ ਵਰਗਾ ਦਿਖਾਈ ਦਿੰਦਾ ਸੀ, ਹਾਲਾਂਕਿ ਮੈਂ 29 ਸਾਲ ਦਾ ਹੋਣ ਵਾਲਾ ਸੀ। ਬਚਪਨ ਤੋਂ ਹੀ ਲੋਕ ਮੇਰੀ ਸਿਹਤ ਅਤੇ ਛੋਟੇ ਕੱਦ ਕਾਰਨ ਮਜ਼ਾਕ ਉਡਾਉਂਦੇ ਸਨ। ਮੇਰਾ ਕੱਦ ਛੋਟਾ ਹੋਣ ਕਰਕੇ ਹਰ ਕੋਈ ਮੇਰੇ ਤੋਂ ਦੂਰ ਭੱਜਦਾ ਸੀ। ਮੇਰਾ ਕੋਈ ਦੋਸਤ ਵੀ ਨਹੀਂ ਸੀ। ਮੇਰੇ ਪਰਿਵਾਰ ਵਿੱਚ ਮੇਰੀ ਦਾਦੀ ਦੇ ਘਰ, ਮੇਰੀ ਨਾਨੀ ਦੇ ਘਰ ਜਿੰਨੇ ਵੀ ਮੇਰੇ ਚਚੇਰੇ ਭਰਾ ਸਨ, ਸਾਰੇ ਬੱਚੇ ਸੋਹਣੇ, ਜਵਾਨ ਅਤੇ ਚੰਗੇ ਕੱਦ ਵਾਲੇ ਸਨ ਤੇ ਸਾਰੀਆਂ ਕੁੜੀਆਂ ਉਹਨਾਂ ਲਈ ਪਾਗਲ ਸਨ। ਕੋਈ ਵੀ ਕੁੜੀ ਮੈਨੂੰ ਪਸੰਦ ਨਹੀਂ ਕਰਦੀ ਸੀ। ਮੈਂ ਬਹੁਤ ਪੜ੍ਹਾਈ ਕੀਤੀ। ਮੈਂ ਪੜ੍ਹਾਈ ਕਰਕੇ ਹੀ ਚੰਗੀ ਨੌਕਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਹਨਾਂ ਸਮਿਆਂ ਵਿੱਚ ਚੰਗੀ ਨੌਕਰੀ ਲੈਣ ਲਈ ਵੀ ਚੰਗਾ ਦਿਖਣਾ ਪੈਂਦਾ, ਪਰ ਇਹ ਮੇਰੀ ਕਿਸਮਤ ਵਿੱਚ ਨਹੀਂ ਸੀ। ਜਦੋਂ ਮੈਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਲੈਣ ਲਈ ਨਿਕਲਿਆ ਤਾਂ ਮੈਨੂੰ ਅਹਿਸਾਸ ਹੋਇਆ ਕਿ ਤੁਹਾਡੀ ਸ਼ਖਸੀਅਤ ਤੁਹਾਡੀ ਕਾਬਲੀਅਤ ਨਾਲੋਂ ਬਿਹਤਰ ਹੋਣੀ ਚਾਹੀਦੀ ਆ, ਤਾਂ ਹੀ ਲੋਕ ਤੁਹਾਨੂੰ ਪਸੰਦ ਕਰਦੇ ਹਨ ਅਤੇ ਤੁਹਾਨੂੰ ਨੌਕਰੀ ਦਿੰਦੇ ਹਨ। ਜਦੋਂ ਮੈਂ ਨੌਕਰੀ ਦੀ ਇੰਟਰਵਿਊ ਲਈ ਇੱਕ ਜਗ੍ਹਾ ਗਿਆ ਤਾਂ ਉੱਥੋਂ 2-3 ਲੜਕੇ ਪਹਿਲਾਂ ਹੀ ਮੌਜੂਦ ਸੀ। ਉਹਨਾਂ ਦਾ ਕੱਦ ਲੰਬਾ ਤੇ ਦੇਖਣ ਵਿੱਚ ਸੋਹਣੇ ਸਨ। ਉਹਨਾਂ ਮੁੰਡਿਆਂ ਦੀ ਪੜ੍ਹਾਈ ਕੋਈ ਖਾਸ ਨਹੀਂ ਸੀ, ਪਰ ਉਹ ਮੇਰੇ ਮੁਕਾਬਲੇ ਬਹੁਤ ਚੰਗੇ ਦਿਖਦੇ ਸਨ। ਉਹਨਾਂ ਨੂੰ ਇਸ ਆਧਾਰ ਤੇ ਰੱਖ ਲਿਆ ਗਿਆ। ਤੰਗ ਆ ਕੇ ਮੈਂ ਇੱਕ ਸਕੂਲ ਵਿੱਚ ਅਧਿਆਪਕ ਬਣਨ ਬਾਰੇ ਸੋਚਿਆ, ਪਰ ਮੈਨੂੰ ਨਹੀਂ ਪਤਾ ਸੀ ਕਿ ਇੱਥੇ ਅਧਿਆਪਕਾਂ ਦੀ ਬਜਾਏ ਮਾਡਲਾਂ ਨੂੰ ਨੌਕਰੀ ਤੇ ਰੱਖਿਆ ਜਾਂਦਾ। ਜਿਵੇਂ ਹੀ ਮੈਂ ਇੰਟਰਵਿਊ ਦੇਣ ਲੱਗਾ ਤਾਂ ਉੱਥੋਂ ਦੇ ਪ੍ਰਿੰਸੀਪਲ ਨੇ ਮੈਨੂੰ ਬਹੁਤ ਬੇਇੱਜ਼ਤ ਕੀਤਾ ਤੇ ਕਿਹਾ ਕਿ ਤੁਸੀਂ ਇੱਕ ਬੱਚੇ ਦੀ ਤਰ੍ਹਾਂ ਲੱਗਦੇ ਹੋ। ਲੱਗਦਾ ਹੈ ਜਿਵੇਂ ਤੁਸੀਂ 10ਵੀਂ ਕਲਾਸ ਦੇ ਵਿਦਿਆਰਥੀ ਹੋ। ਤੁਸੀਂ ਬੱਚਿਆਂ ਨੂੰ ਸੰਭਾਲ ਨਹੀਂ ਸਕੋਗੇ। ਉਹ ਤੁਹਾਨੂੰ ਆਪਣਾ ਅਧਿਆਪਕ ਨਹੀਂ ਬਲਕਿ ਆਪਣਾ ਸਹਿਪਾਠੀ ਸਮਝਣਗੇ। ਉਹਨਾਂ ਦੇ ਸ਼ਬਦਾਂ ਨੇ ਮੇਰੇ ਦਿਲ ਨੂੰ ਬਹੁਤ ਜ਼ਖਮੀ ਕਰ ਦਿੱਤਾ। ਮੇਰਾ ਕੱਦ ਛੋਟਾ ਸੀ। ਕੀ ਇਹ ਮੇਰਾ ਕਸੂਰ ਸੀ? ਮੇਰਾ ਕੱਦ 4 ਫੁੱਟ ਦਾ 10 ਇੰਚ ਲੰਬਾ ਸੀ। ਕਿਸੇ ਗਰੀਬ ਨੂੰ 2 ਵਕਤ ਦੀ ਰੋਟੀ ਮਿਲ ਜਾਵੇ ਤਾਂ ਵੱਡੀ ਗੱਲ ਹੈ। ਦੁੱਧ, ਆਂਡੇ, ਫਲ, ਸਬਜ਼ੀਆਂ ਆਦਿ ਚੀਜ਼ਾਂ ਕਿੱਥੋਂ ਮਿਲਦੀਆਂ ਹਨ। ਇਸੇ ਕਰਕੇ ਮੇਰੀ ਸਿਹਤ ਵੀ ਕਮਜ਼ੋਰ ਸੀ। ਮੈਂ ਆਪਣੀ ਬੇਇੱਜ਼ਤੀ ਕਰਕੇ ਰੋ ਰਿਹਾ ਸੀ। ਮੈਂ ਆਪਣੀ ਫਾਈਲ ਵਿੱਚ ਮੂੰਹ ਲੁਕੋ ਕੇ ਉੱਥੋਂ ਬਾਹਰ ਨਿਕਲਿਆ ਤੇ ਬਾਹਰ ਸੜਕ ਕਿਨਾਰੇ ਆ ਕੇ ਬੈਠ ਗਿਆ। ਹਰ ਕੋਈ ਆ ਜਾ ਰਿਹਾ ਸੀ, ਪਰ ਕੋਈ ਵੀ ਮੇਰੇ ਵੱਲ ਬਹੁਤਾ ਧਿਆਨ ਨਹੀਂ ਦੇ ਰਿਹਾ ਸੀ। ਮੈਂ ਉੱਥੇ ਬੈਠਾ ਰੋਂਦਾ ਰਿਹਾ ਤੇ ਰੋ ਕੇ ਆਪਣਾ ਦਿਲ ਹਲਕਾ ਕਰਨ ਲੱਗਾ। ਮੈਂ ਰੱਬ ਅੱਗੇ ਫਰਿਆਦ ਕਰਨ ਲੱਗਾ ਕਿ ਉਸਨੇ ਮੈਨੂੰ ਅਜਿਹਾ ਕਿਉਂ ਬਣਾਇਆ। ਜੇ ਉਸਨੇ ਮੈਨੂੰ ਹੋਰ ਲੋਕਾਂ ਵਾਂਗ ਚੰਗਾ, ਚੁਸਤ ਅਤੇ ਸਿਹਤਮੰਦ ਬਣਾਇਆ ਹੁੰਦਾ ਤਾਂ ਮੇਰੀ ਇਸ ਤਰ੍ਹਾਂ ਬੇਇੱਜ਼ਤੀ ਨਾ ਹੁੰਦੀ।
ਲੋਕ ਮੈਨੂੰ ਕਿਤੇ ਵੀ ਕਿਸੇ ਦੇ ਸਾਹਮਣੇ ਵੀ ਬੇਇੱਜ਼ਤ ਕਰਦੇ ਸਨ। ਜਦੋਂ ਮੈਂ ਉਦਾਸ ਚਿਹਰੇ ਨਾਲ ਘਰ ਜਾਂਦਾ ਤਾਂ ਘਰਦਿਆਂ ਨੂੰ ਪਤਾ ਲੱਗਦਾ ਸੀ ਕਿ ਮੈਨੂੰ ਨੌਕਰੀ ਨਹੀਂ ਮਿਲੀ, ਤਾਂ ਉਹਨਾਂ ਦਾ ਚਿਹਰਾ ਉਦਾਸ ਹੋ ਜਾਂਦਾ ਤੇ ਅੱਖਾਂ ਵਿੱਚ ਹੰਝੂ ਆ ਜਾਂਦੇ, ਕਿਉਂਕਿ ਮੇਰੇ ਪਿਤਾ ਜੀ ਬੁੱਢੇ ਹੋ ਰਹੇ ਸਨ। ਮੈਂ ਉਹਨਾਂ ਦਾ ਇੱਕੋ ਇੱਕ ਸਹਾਰਾ ਸੀ। ਮੈਂ ਆਪਣੀ ਸ਼ਰਮ ਕਾਰਨ ਆਪਣੇ ਪਿਤਾ ਨਾਲ ਅੱਖ ਨਹੀਂ ਮਿਲਾ ਸਕਿਆ। ਮੈਂ ਸੜਕ ਕਿਨਾਰੇ ਬੈਠਾ ਅੱਖਾਂ ਤੇ ਹੱਥ ਰੱਖ ਕੇ ਰੋ ਰਿਹਾ ਸੀ ਤੇ ਆਪਣੀ ਕਿਸਮਤ ਨੂੰ ਕੋਸ ਰਿਹਾ ਸੀ ਕਿ ਮੇਰੀ ਕਿਸਮਤ 'ਚ ਹੰਝੂ ਹੀ ਲਿਖੇ ਹਨ। ਲੋਕ ਕਹਿੰਦੇ ਹਨ ਕਿ ਬੰਦਾ ਰੋਂਦਾ ਨਹੀਂ, ਪਰ ਲੋਕਾਂ ਨੂੰ ਕਿੰਜ ਪਤਾ ਲੱਗੇ ਕਿ ਬੰਦਾ ਵੀ ਦਰਦ ਮਹਿਸੂਸ ਕਰਦਾ ਹੈ। ਕਿਸਮਤ ਖਰਾਬ ਹੋਣ ਤੇ ਵੀ ਰੋਂਦਾ ਹੈ, ਪਰ ਸਭ ਦੇ ਸਾਹਮਣੇ ਨਹੀਂ ਰੋਂਦਾ। ਮੈਂ ਵੀ ਲੁਕ ਛਿਪ ਕੇ ਰੋ ਰਿਹਾ ਸੀ ਤਾਂ ਜੋ ਮੇਰੀ ਇੱਜ਼ਤ ਬਣੀ ਰਹੇ। ਮੈਂ ਲੋਕਾਂ ਦੇ ਸਾਹਮਣੇ ਆ ਕੇ ਆਪਣੇ ਆਪ ਨੂੰ ਦੁਬਾਰਾ ਅਪਮਾਨਿਤ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉੱਥੇ ਬੈਠਾ ਹੀ ਆਪਣੇ ਹੰਝੂ ਪੂੰਝ ਰਿਹਾ ਸੀ ਜਦੋਂ ਮੈਂ ਦੇਖਿਆ ਕਿ ਇੱਕ ਆਦਮੀ ਮੇਰੇ ਵੱਲ ਆ ਰਿਹਾ ਸੀ। ਮੇਰੇ ਨੇੜੇ ਆ ਕੇ ਉਸਨੇ ਬੜੇ ਪਿਆਰ ਭਰੇ ਲਹਿਜੇ ਵਿੱਚ ਪੁੱਛਿਆ, ਕੀ ਹੋਇਆ ਬੇਟਾ, ਰੋ ਕਿਉਂ ਰਿਹਾ? ਕੀ ਸਕੂਲ ਦੇ ਅਧਿਆਪਕ ਨੇ ਤੈਨੂੰ ਕੁੱਟਿਆ ਜਾਂ ਕੁਝ ਹੋਰ? ਉਹ ਸ਼ਾਇਦ ਮੈਨੂੰ ਇਸ ਸਕੂਲ ਵਿੱਚ ਪੜ੍ਹਦਾ ਬੱਚਾ ਸਮਝ ਰਹੇ ਸੀ। ਜ਼ਿਆਦਾਤਰ ਲੋਕ ਮੈਨੂੰ ਬੱਚਾ ਸਮਝਦੇ ਸਨ ਕਿਉਂਕਿ ਮੇਰਾ ਕੱਦ ਅਤੇ ਸਿਹਤ ਹੀ ਅਜਿਹੀ ਸੀ। ਇਹ ਸੁਣ ਕੇ ਮੈਨੂੰ ਗੁੱਸਾ ਆ ਗਿਆ ਤੇ ਮੈਂ ਉਸ ਨੂੰ ਕਹਿਣ ਲੱਗਾ, ਹਾਂ ਮੈਂ 9ਵੀਂ ਕਲਾਸ 'ਚ ਪੜ੍ਹਦਾ ਹਾਂ ਤੇ ਸਕੂਲ ਦੇ ਅਧਿਆਪਕ ਨੇ ਮੈਨੂੰ ਇਸ ਤਰ੍ਹਾਂ ਕੁੱਟਿਆ ਕਿਉਂਕਿ ਮੇਰੇ ਕੋਲ ਫੀਸ ਭਰਨ ਦੇ ਲਈ ਪੈਸੇ ਨਹੀਂ ਸੀ। ਇਹ ਗੱਲ ਸੀ, ਹੁਣ ਸੁਣ ਲਿਆ। ਮੈਂ ਆਪਣੀ ਫਾਈਲ ਚੁੱਕੀ ਤੇ ਅੱਗੇ ਤੁਰਨ ਲੱਗਾ। ਹਰ ਕੋਈ ਮੈਨੂੰ ਬੱਚਾ ਸਮਝ ਲੈਂਦਾ ਸੀ ਕਿ ਮੇਰੀ ਦਿੱਖ ਇੰਨੀ ਮਾੜੀ ਆ। ਮੈਂ ਉੱਥੋਂ ਤੁਰਨ ਲੱਗਿਆ ਤਾਂ ਉਸ ਆਦਮੀ ਨੇ ਅਚਾਨਕ ਮੈਨੂੰ ਬੁਲਾਇਆ ਤੇ ਮੇਰੇ ਕਦਮ ਰੁਕ ਗਏ। ਉਸਨੇ ਕਿਹਾ, ਇਹ ਲਓ ਮੇਰੇ ਤੋਂ ਪੈਸੇ ਲੈ ਲਓ। ਤੈਨੂੰ ਕਿੰਨੇ ਪੈਸੇ ਚਾਹੀਦੇ ਹਨ? ਮੈਂ ਦਿੰਦਾ ਹਾਂ। ਮੈਂ ਤਾਂ ਉਸ ਨੂੰ ਗੁੱਸੇ 'ਚ ਕਿਹਾ ਕਿ ਮੈਂ ਇਸ ਸਕੂਲ ਵਿੱਚ ਪੜ੍ਹਦਾ ਵਿਦਿਆਰਥੀ ਹਾਂ, ਪਰ ਉਹ ਮੇਰੀ ਗੱਲ ਨੂੰ ਸੱਚ ਸਮਝ ਗਿਆ। ਹੁਣ ਸ਼ਾਇਦ ਇਨਸਾਨੀਅਤ ਦੇ ਤੌਰ ਤੇ ਉਹ ਮੇਰੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਪਿੱਛੇ ਮੁੜ ਕੇ ਉਸ ਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਮੈਂ ਕਿਹਾ ਕਿ ਮੈਨੂੰ ਲਗਭਗ 10,000 ਰੁਪਏ ਦੀ ਲੋੜ ਆ। ਮੈਨੂੰ ਨਹੀਂ ਪਤਾ ਸੀ ਕਿ ਇਹ ਸਭ ਮੇਰੇ ਮੂੰਹੋਂ ਕਿਵੇਂ ਨਿਕਲਿਆ, ਪਰ ਆਦਮੀ ਨੇ ਝੱਟ ਮੈਨੂੰ ਕਹਿ ਦਿੱਤਾ ਕਿ ਚੱਲ ਮੇਰੇ ਨਾਲ ਘਰੋਂ, ਤੈਨੂੰ 10,000 ਰੁਪਏ ਦਿੰਦਾ ਹਾਂ, ਕਿਉਂਕਿ ਇਸ ਵਕਤ ਤਾਂ ਮੇਰੇ ਕੋਲ ਨਹੀਂ ਹਨ। ਘਰ ਜ਼ਰੂਰ ਪਏ ਹਨ। ਮੈਂ ਸ਼ਰਮਿੰਦਗੀ ਕਾਰਨ ਉਸ ਵੱਲ ਨਹੀਂ ਦੇਖ ਸਕਿਆ ਤੇ ਮੈਂ ਉਸ ਦੇ ਨਾਲ ਤੁਰ ਪਿਆ। ਉਸਨੇ ਮੈਨੂੰ ਆਪਣੇ ਘਰੋਂ 10,000 ਰੁਪਏ ਫੜਾਏ ਤੇ ਕਿਹਾ ਕਿ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਮੇਰੇ ਘਰ ਆ ਜਾਵੀਂ। ਮੈਨੂੰ ਬੜੀ ਸ਼ਰਮ ਮਹਿਸੂਸ ਹੋਈ ਕਿਉਂਕਿ ਉਹ ਵਿਚਾਰਾ ਆਦਮੀ ਤਾਂ ਮੇਰੀ ਮਦਦ ਕਰ ਰਿਹਾ ਸੀ। ਜੇਕਰ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ 29 ਸਾਲਾਂ ਦਾ ਮੁੰਡਾ ਹਾਂ ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਵਿੱਚ ਘੁੰਮ ਰਿਹਾ ਹਾਂ, ਤਾਂ ਯਕੀਨਨ ਉਸ ਦਾ ਮੇਰੇ ਨਾਲ ਵਤੀਰਾ ਕੁਝ ਹੋਰ ਹੋਣਾ ਸੀ। ਜਦੋਂ ਮੈਂ ਪੈਸੇ ਲੈ ਕੇ ਘਰ ਗਿਆ ਤਾਂ ਮੇਰੀ ਮਾਂ ਬਹੁਤ ਖੁਸ਼ ਹੋਈ, ਪਰ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ। ਮੈਂ ਕਿਸੇ ਤੋਂ ਗਲਤ ਤਰੀਕੇ ਨਾਲ ਮਦਦ ਲਈ ਸੀ। ਅਗਲੇ ਦਿਨ ਫਿਰ ਉਹੀ ਆਦਮੀ ਦੁਬਾਰਾ ਉਸੇ ਰਸਤੇ ਤੇ ਮੈਨੂੰ ਮਿਲਿਆ। ਉਸ ਨੂੰ ਦੇਖ ਕੇ ਮੇਰਾ ਦਿਲ ਕੀਤਾ ਕਿ ਮੈਨੂੰ ਉਸ ਨੂੰ ਸੱਚ ਦੱਸ ਦੇਣਾ ਚਾਹੀਦਾ, ਪਰ ਸੱਚ ਜਾਣ ਕੇ ਉਸ ਦੇ ਵਿਹਾਰ ਬਾਰੇ ਸੋਚ ਕੇ ਮੈਂ ਆਪਣੇ ਦਿਲ ਵਿੱਚੋਂ ਇਹ ਇਰਾਦਾ ਕੱਢ ਦਿੱਤਾ। ਮੇਰੇ ਵੱਲ ਵੇਖ ਕੇ ਉਹ ਆਦਮੀ ਬੋਲਿਆ, ਜੇ ਤੂੰ ਨੌਕਰੀ ਲੱਭ ਰਿਹਾ ਤਾਂ ਮੈਂ ਤੈਨੂੰ ਨੌਕਰੀ ਵੀ ਦੇ ਸਕਦਾ। ਮੈਂ ਜਾਣਦਾ ਹਾਂ ਕਿ ਤੂੰ ਇੱਕ ਬੇਸਹਾਰਾ ਲੜਕਾ ਤੇ ਤੈਨੂੰ ਨੌਕਰੀ ਦੀ ਲੋੜ ਆ। ਮੈਂ ਹੈਰਾਨੀ ਨਾਲ ਉਸ ਵੱਲ ਦੇਖਿਆ ਤੇ ਉਸ ਦੇ ਨੇੜੇ ਜਾ ਕੇ ਕਿਹਾ ਕਿ ਇਸ ਦਾ ਮਤਲਬ ਕੀ ਆ? ਤੁਸੀਂ ਜਾਣਦੇ ਹੋ ਕਿ ਮੈਂ ਇਸ ਸਕੂਲ ਦਾ ਵਿਦਿਆਰਥੀ ਨਹੀਂ ਆ। ਉਹ ਬਹੁਤ ਹੈਰਾਨ ਹੋਇਆ ਤੇ ਬੋਲਿਆ, ਹਾਂ ਮੈਂ ਸਮਝ ਗਿਆ ਸੀ, ਕਿਉਂਕਿ ਤੇਰੇ ਮੋਢੇ ਤੇ ਸਕੂਲ ਬੈਗ ਨਹੀਂ ਸੀ, ਸਗੋਂ ਤੇਰੇ ਹੱਥ ਵਿੱਚ ਇੰਟਰਵਿਊ ਦੀ ਫਾਈਲ ਸੀ। ਮੈਂ ਹੈਰਾਨ ਹੋ ਕੇ ਉਸ ਨੂੰ ਪੁੱਛਿਆ ਕਿ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਮੇਰੀ ਮਦਦ ਕਿਉਂ ਕੀਤੀ? ਉਹ ਕਹਿਣ ਲੱਗਾ ਕਿ ਕੱਲ ਮੈਂ ਤੇਰੀ ਮਦਦ ਕਰਨ ਆਇਆ ਸੀ। ਇਹ ਸੰਭਵ ਹੈ ਕਿ ਤੂੰ ਵੀ ਭਵਿੱਖ ਵਿੱਚ ਮੇਰੀ ਮਦਦ ਕਰ ਸਕਦਾ। ਮੈਂ ਕਿਹਾ, ਤੁਹਾਡਾ ਮਤਲਬ ਕੀ ਆ? ਮੈਂ ਤੁਹਾਡੀ ਮਦਦ ਕਿਵੇਂ ਕਰ ਸਕਦਾ? ਉਸਨੇ ਕਿਹਾ, ਇਹ ਸਭ ਛੱਡ, ਤੂੰ ਦੱਸ ਨੌਕਰੀ ਲੱਭ ਰਿਹਾ? ਮੈਂ ਕਿਹਾ, ਹਾਂ ਮੈਂ ਕੋਈ ਵੀ ਕੰਮ ਕਰਨ ਨੂੰ ਤਿਆਰ ਹਾਂ। ਜੋ ਕੰਮ ਤੁਸੀਂ ਮੇਰੇ ਤੋਂ ਕਰਵਾਓਗੇ ਮੈਂ ਉਹੀ ਕਰਾਂਗਾ। ਉਹ ਵਿਅਕਤੀ ਕਹਿਣ ਲੱਗਾ ਕਿ ਮੇਰਾ ਨਾਮ ਅਨੂਪ ਆ, ਮੇਰਾ ਇੱਕ ਦੋਸਤ ਆ। ਉਸਨੇ ਮੈਨੂੰ ਦੱਸਿਆ ਕਿ ਉਸ ਨੂੰ ਸ਼੍ਰੀਲੰਕਾ ਵਿੱਚ ਕੰਮ ਕਰਨ ਵਾਲੇ ਲਈ ਲੜਕਿਆਂ ਦੀ ਲੋੜ ਆ। ਮੈਂ ਤੁਹਾਨੂੰ ਸ਼੍ਰੀਲੰਕਾ ਵਿੱਚ ਇਸ ਨੌਕਰੀ ਬਾਰੇ ਦੱਸਣ ਬਾਰੇ ਸੋਚਿਆ। ਮੇਰਾ ਦੋਸਤ ਤੁਹਾਨੂੰ ਆਪਣੇ ਨਾਲ ਲੈ ਜਾਵੇਗਾ ਤੇ ਤੈਨੂੰ ਉੱਥੇ ਕੰਮ ਦਿਵਾ ਦੇਵੇਗਾ ਤੇ ਉਹ ਖਰਚੇ ਦੀ ਜ਼ਿੰਮੇਵਾਰੀ ਵੀ ਲਵੇਗਾ। ਉਸ ਆਦਮੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਖੁਸ਼ ਹੋਇਆ। ਉਸਨੇ ਦੱਸਿਆ, ਪਰ ਇੱਕ ਸ਼ਰਤ ਹੈ। ਮੈਂ ਖੁਸ਼ੀ ਨਾਲ ਪੁੱਛਿਆ ਕਿ ਇਹ ਕਿਹੜੀ ਸ਼ਰਤ?
ਉਹ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਜੇ ਕਿਸੇ ਨੂੰ ਇਸ ਤਰ੍ਹਾਂ ਸ਼੍ਰੀਲੰਕਾ ਜਾਣ ਦਾ ਮੌਕਾ ਮਿਲ ਰਿਹਾ ਤਾਂ ਕੋਈ ਪਾਗਲ ਹੀ ਹੋਵੇਗਾ ਜੋ ਇਨਕਾਰ ਕਰੇਗਾ। ਭਾਰਤ ਵਿੱਚ ਰਹਿਣ ਵਾਲੇ ਜ਼ਿਆਦਾਤਰ ਲੋਕ ਵਿਦੇਸ਼ ਵਿੱਚ ਜਾ ਕੇ ਕੰਮ ਕਰਨਾ ਚਾਹੁੰਦੇ ਹਨ। ਮੇਰਾ ਵੀ ਇਹੀ ਇਰਾਦਾ ਸੀ, ਕਿਉਂਕਿ ਮੈਂ ਦੇਖਿਆ ਸੀ ਕਿ ਸਾਡੇ ਰਿਸ਼ਤੇਦਾਰੀ ਵਿੱਚ ਮੁੰਡੇ ਵਿਦੇਸ਼ ਵਿੱਚ ਕੰਮ ਕਰਨ ਗਏ ਹਨ। ਉਹ ਬਹੁਤ ਸਾਰੇ ਪੈਸੇ ਲਿਆਉਂਦੇ ਹਨ ਤੇ ਅਮੀਰ ਹੋ ਗਏ ਹਨ। ਉਹਨਾਂ ਦੇ ਪਰਿਵਾਰ ਵੀ ਭਾਰਤ ਵਿੱਚ ਵਧੀਆ ਜੀਵਨ ਬਤੀਤ ਕਰ ਰਹੇ ਹਨ। ਜਦੋਂ ਮੈਂ ਆਪਣੇ ਪਿਤਾ ਨੂੰ ਵੀ 2-3 ਵਾਰ ਵਿਦੇਸ਼ ਵਿੱਚ ਕੰਮ ਕਰਨ ਬਾਰੇ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਬੇਟਾ, ਵਿਦੇਸ਼ ਜਾਣ ਲਈ ਬਹੁਤ ਪੈਸੇ ਖਰਚ ਹੁੰਦੇ ਹਨ ਤੇ ਸਾਡੇ ਕੋਲ ਘਰ ਵਿੱਚ ਰੋਟੀ ਖਾਣ ਲਈ ਪੈਸਾ ਨਹੀਂ। ਇਹਨਾਂ ਹਾਲਾਤਾਂ ਵਿੱਚ ਅਸੀਂ ਤੈਨੂੰ ਬਾਹਰ ਭੇਜਣ ਲਈ ਪੈਸਾ ਕਿੱਥੋਂ ਲਿਆਵਾਂਗੇ। ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਇੱਕ ਦਿਨ ਮੇਰੀ ਕਿਸਮਤ ਮੈਨੂੰ ਸ਼੍ਰੀਲੰਕਾ ਜਾਣ ਲਈ ਮੌਕਾ ਦੇਵੇਗੀ। ਪਰ ਉਹ ਆਦਮੀ ਦੀ ਦੱਸੀ ਸ਼ਰਤ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਸ਼ਰਤ ਅਜਿਹੀ ਸੀ ਕਿ ਸੁਣ ਕੇ ਮੈਂ ਝੱਟ ਕਿਹਾ, ਨਹੀਂ ਭਾਈ, ਮੈਂ ਅਜਿਹੀ ਸ਼ਰਤ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ। ਉਹ ਆਦਮੀ ਦੀ ਸ਼ਰਤ ਇਹ ਸੀ ਕਿ ਮੈਨੂੰ ਆਪਣੀ ਪਹਿਚਾਣ ਛੁਪਾਉਣੀ ਪਵੇਗੀ। ਜਦੋਂ ਮੈਂ ਇਸ ਦਾ ਮਤਲਬ ਪੁੱਛਿਆ ਤਾਂ ਉਸਨੇ ਕਿਹਾ ਕਿ ਤੂੰ ਸ਼੍ਰੀਲੰਕਾ ਜਾ ਕੇ ਚੰਗੇ ਪੈਸੇ ਕਮਾ ਸਕਦਾ, ਜਿਸ ਨਾਲ ਤੇਰੀ ਜ਼ਿੰਦਗੀ ਬਦਲ ਜਾਵੇਗੀ ਤੇ ਤੇਰੇ ਘਰ ਦੇ ਹਾਲਾਤ ਵੀ ਵਧੀਆ ਹੋ ਜਾਣਗੇ ਜੇਕਰ ਤੂੰ ਉੱਥੇ ਜਾ ਕੇ ਆਪਣੀ ਉਮਰ 15 ਸਾਲ ਦੱਸ ਦੇਵੇਂ, ਪਰ ਤੂੰ ਕਿਸੇ ਨੂੰ ਇਹ ਪਤਾ ਨਾ ਲੱਗੇ ਕਿ ਤੇਰੀ ਉਮਰ 29 ਸਾਲ ਹੈ, ਨਹੀਂ ਤਾਂ ਤੈਨੂੰ ਉੱਥੇ ਨੌਕਰੀ ਨਹੀਂ ਮਿਲੇਗੀ। ਪਰ ਜੇ ਤੂੰ ਆਪਣੇ ਆਪ ਨੂੰ 17-18 ਸਾਲ ਦਾ ਲੜਕਾ ਦੱਸੇਗਾ ਤਾਂ ਤੈਨੂੰ ਉੱਥੇ ਜਾਣ ਸਾਰ ਨੌਕਰੀ ਮਿਲੇਗੀ, ਜਿਸ ਨਾਲ ਤੇਰੇ ਪਰਿਵਾਰ ਦੇ ਮੈਂਬਰ ਵੀ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕਰਨਗੇ ਤੇ ਤੂੰ ਵੀ। ਪਤਾ ਨਹੀਂ ਕਿਉਂ ਉਹ ਅਜਿਹੀ ਸ਼ਰਤ ਮੇਰੇ ਸਾਹਮਣੇ ਰੱਖ ਰਿਹਾ ਸੀ। ਇਹ ਸਹੀ ਸੀ ਕਿ ਮੇਰੀ ਸਿਹਤ ਅਤੇ ਕੱਦ ਇਸ ਤਰ੍ਹਾਂ ਦਾ ਸੀ ਕਿ ਮੈਂ ਸੱਚਮੁੱਚ 14-15 ਸਾਲ ਦਾ ਲੜਕਾ ਲੱਗਦਾ ਸੀ। ਪਰ ਗੱਲ ਇਹ ਵੀ ਸੀ ਕਿ ਇੰਨੇ ਛੋਟੇ ਮੁੰਡੇ ਨੂੰ ਨੌਕਰੀ ਕੌਣ ਦੇ ਸਕਦਾ। ਮੈਂ ਕਿਹਾ, ਮੈਨੂੰ ਸੋਚਣ ਦਾ ਸਮਾਂ ਦਿਓ, ਮੈਂ ਆਪਣੇ ਪਰਿਵਾਰ ਤੋਂ ਇਜਾਜ਼ਤ ਲੈ ਕੇ ਹੀ ਕੋਈ ਜਵਾਬ ਦੇ ਸਕਦਾ ਹਾਂ। ਉਸ ਤੋਂ ਬਾਅਦ ਮੈਂ ਆਪਣੇ ਘਰ ਆ ਗਿਆ ਤੇ ਮੈਂ 2 ਦਿਨ ਦਾ ਸਮਾਂ ਲਿਆ ਕਿ ਮੈਂ ਤੁਹਾਨੂੰ 2 ਦਿਨਾਂ ਬਾਅਦ ਆਪਣਾ ਫੈਸਲਾ ਦੱਸਾਂਗਾ। ਪਰ ਭਾਰਤ ਵਿੱਚ ਮੇਰਾ ਕੋਈ ਭਵਿੱਖ ਨਹੀਂ ਸੀ। ਮੇਰੇ ਤੋਂ ਮੇਰੀ ਛੋਟੀ ਭੈਣ 26 ਸਾਲ ਦੀ ਸੀ ਤੇ ਮੇਰੀ ਦੂਜੀ ਭੈਣ 24 ਸਾਲ ਦੀ। ਮੈਨੂੰ ਉਹਨਾਂ ਦੇ ਵਿਆਹ ਵੀ ਕਰਨੇ ਸਨ। ਸਾਰੀਆਂ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ। ਮੇਰੀਆਂ ਭੈਣਾਂ ਦੇ ਰਿਸ਼ਤੇ ਵੀ ਇਸ ਲਈ ਨਹੀਂ ਆਉਂਦੇ ਸੀ ਕਿਉਂਕਿ ਲੋਕ ਜਾਣਦੇ ਸੀ ਕਿ ਮੈਂ ਆਪਣੀਆਂ ਭੈਣਾਂ ਨੂੰ ਜ਼ਿਆਦਾ ਦਾਜ ਨਹੀਂ ਦੇ ਸਕਾਂਗਾ। ਮੈਂ ਵਿਆਹ ਦੀ ਉਮਰ ਨੂੰ ਪਹੁੰਚ ਰਿਹਾ ਸੀ। ਮੈਂ ਆਪਣੀਆਂ ਭੈਣਾਂ ਨਾਲੋਂ ਵੱਡਾ ਸੀ, ਪਰ ਮੇਰੇ ਵਿਆਹ ਦੀ ਕੋਈ ਉਮੀਦ ਨਹੀਂ ਸੀ। ਇਸ ਲਈ ਪਹਿਲਾਂ ਮੈਨੂੰ ਆਪਣੀਆਂ ਭੈਣਾਂ ਦੇ ਵਿਆਹ ਬਾਰੇ ਸੋਚਣਾ ਪਿਆ। ਘਰ ਦੇ ਹਾਲਾਤ ਦੇਖ ਕੇ ਮੈਂ ਫੈਸਲਾ ਕਰ ਲਿਆ ਕਿ ਜਿਵੇਂ ਉਹ ਆਦਮੀ ਕਹਿ ਰਿਹਾ ਮੈਂ ਉਹੀ ਕਰਾਂਗਾ ਤੇ ਸਵੇਰੇ ਮੈਂ ਉਹ ਆਦਮੀ ਨੂੰ ਕਿਹਾ ਕਿ ਜੋ ਤੁਸੀਂ ਕਹੋਗੇ ਮੈਂ ਉਹੀ ਕਰਾਂਗਾ। ਮੈਂ ਕੰਮ ਕਰਨ ਲਈ ਤਿਆਰ ਹਾਂ। ਮੈਂ ਆਪਣੇ ਪਰਿਵਾਰ ਨੂੰ ਝੂਠ ਬੋਲਿਆ ਕਿ ਇੱਕ ਚੰਗੀ ਕੰਪਨੀ ਨੇ ਮੈਨੂੰ ਸ਼੍ਰੀਲੰਕਾ ਬੁਲਾਇਆ। ਹੁਣ ਮੈਂ ਉਹਨਾਂ ਨੂੰ ਆਪਣੇ ਕੰਮ ਬਾਰੇ ਕੀ ਦੱਸਾਂ ਜਦ ਕਿ ਮੈਂ ਖੁਦ ਨਹੀਂ ਜਾਣਦਾ ਕਿ ਮੈਂ ਉੱਥੇ ਕਰਨਾ ਕੀ ਆ। ਫਿਲਹਾਲ ਕੁਝ ਦਿਨਾਂ ਬਾਅਦ ਮੈਂ ਸ਼੍ਰੀਲੰਕਾ ਚਲਾ ਗਿਆ। ਉਸ ਆਦਮੀ ਨੇ ਕਿਹਾ ਕਿ ਮੇਰਾ ਦੋਸਤ ਤੈਨੂੰ ਲੈਣ ਆਵੇਗਾ ਤੇ ਉਹ ਤੈਨੂੰ ਕੰਮ ਦਾ ਸਾਰਾ ਵੇਰਵਾ ਵੀ ਦੱਸੇਗਾ। ਆਖਰਕਾਰ ਕਾਫੀ ਦੇਰ ਬਾਅਦ ਤੋਂ ਇੱਕ ਆਦਮੀ ਮੈਨੂੰ ਲੈਣ ਆਇਆ ਤੇ ਕਹਿਣ ਲੱਗਾ ਕਿ ਮੇਰੇ ਨਾਲ ਚੱਲ, ਮੈਂ ਤੈਨੂੰ ਲੈਣ ਆਇਆ ਹਾਂ। ਮੈਂ ਬਹੁਤ ਹੈਰਾਨ ਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ। ਮੈਨੂੰ ਨਹੀਂ ਪਤਾ ਸੀ ਕਿ ਮੈਨੂੰ ਇੱਥੇ ਕਿਸ ਮਕਸਦ ਲਈ ਬੁਲਾਇਆ ਗਿਆ ਸੀ ਅਤੇ ਮੇਰੇ ਵਿੱਚ ਉਸ ਆਦਮੀ ਨੂੰ ਪੁੱਛਣ ਦੀ ਹਿੰਮਤ ਨਹੀਂ ਸੀ ਕਿਉਂਕਿ ਉਹ ਬਹੁਤ ਸੀਰੀਅਸ ਵਿਅਕਤੀ ਲੱਗਦਾ ਸੀ। ਉਸਨੇ ਮੈਨੂੰ ਵੀ ਵੱਡੀ ਕਾਰ ਵਿੱਚ ਬੈਠਣ ਲਈ ਕਿਹਾ। ਮੈਂ ਕਾਰ ਵਿੱਚ ਬੈਠ ਗਿਆ ਤੇ ਕਰੀਬ 1 ਘੰਟੇ ਦੇ ਸਫ਼ਰ ਤੋਂ ਬਾਅਦ ਉਸਨੇ ਇੱਕ ਵੱਡੇ ਬੰਗਲੇ ਦੇ ਸਾਹਮਣੇ ਕਾਰ ਰੋਕ ਦਿੱਤੀ ਤੇ ਮੇਰੇ ਹੱਥ ਵਿੱਚ ਇੱਕ ID ਕਾਰਡ ਰੱਖ ਕੇ ਮੈਨੂੰ ਅੰਦਰ ਜਾ ਕੇ ਦਿਖਾਉਣ ਲਈ ਕਿਹਾ। ਇਸ ਅਨੁਸਾਰ ਤੁਹਾਡੀ ਉਮਰ 15 ਸਾਲ ਹੈ ਤੇ ਤੇਰਾ ਨਾਮ ਮੋਹਿਤ ਹੈ। ਜੇਕਰ ਤੂੰ ਆਪਣੇ ਅਸਲੀ ਨਾਮ ਕਿਸੇ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਤਾਂ ਸਾਵਧਾਨ ਰਹੀ, ਇੱਥੋਂ ਦੇ ਲੋਕ ਤੈਨੂੰ ਸਾਰੀ ਉਮਰ ਲਈ ਜੇਲ੍ਹ 'ਚ ਸੁੱਟ ਦੇਣਗੇ। ਉਸ ਦੇ ਡਰਾਉਣੇ ਸ਼ਬਦ ਸੁਣ ਕੇ ਮੈਂ ਹੈਰਾਨ ਰਹਿ ਗਿਆ। ਮੈਂ ਡਰਨ ਲੱਗਾ ਕਿਉਂਕਿ ਇਹ ਮੇਰੇ ਲਈ ਅਣਜਾਣ ਦੇਸ਼ ਸੀ ਅਤੇ ਇੱਥੇ ਮੇਰਾ ਕੋਈ ਆਪਣਾ ਨਹੀਂ ਸੀ। ਇਸ ਲਈ ਮੈਂ ਉਸ ਨੂੰ ਕੁਝ ਨਹੀਂ ਕਹਿ ਸਕਿਆ। ਪਤਾ ਨਹੀਂ ਕਿਉਂ ਮੈਨੂੰ ਅਜਿਹਾ ਮਹਿਸੂਸ ਹੋਣ ਲੱਗਾ ਜਿਵੇਂ ਮੈਂ ਕਿਸੇ ਕਿਸਮ ਦੀ ਜੇਲ੍ਹ ਵਿੱਚ ਸੀ। ਉਹ ਮੈਨੂੰ ਆਪਣੇ ਨਾਲ ਲੈ ਕੇ ਘਰ ਦੇ ਅੰਦਰ ਆ ਗਿਆ। ਇਹ ਸੀ
ਸ਼੍ਰੀਲੰਕਾ ਦੇ ਇੱਕ ਅਮੀਰ ਦਾ ਘਰ ਸੀ ਜਿਸ ਦੀ ਪਤਨੀ ਸੋਹਣੇ ਕੱਪੜੇ ਪਾ ਕੇ ਮੇਰੇ ਸਾਹਮਣੇ ਆਈ ਤੇ ਸਿਰ ਤੋਂ ਪੈਰਾਂ ਤੱਕ ਮੈਨੂੰ ਦੇਖਣ ਲੱਗੀ। ਮੈਂ ਇਸ ਔਰਤ ਤੋਂ ਡਰ ਗਿਆ। ਮੈਂ ਨੇੜਿਓਂ ਦੇਖਿਆ ਤਾਂ ਉਹ ਮੇਰੇ ਤੋਂ ਕਈ ਸਾਲ ਵੱਡੀ ਜਾਪਦੀ ਸੀ। ਉਸ ਦੀ ਉਮਰ 38-39 ਸਾਲ ਦੇ ਆਸ-ਪਾਸ ਹੋਵੇਗੀ, ਪਰ ਉਸ ਸਮੇਂ ਮੈਨੂੰ ਥੋੜੀ ਐਕਟਿੰਗ ਕਰਨੀ ਪਈ ਤਾਂ ਕਿ ਉਸ ਨੂੰ ਲੱਗੇ ਮੈਂ 15 ਸਾਲ ਦਾ ਨਾਬਾਲਗ ਬੱਚਾ ਹਾਂ। ਉਹ ਆਦਮੀ ਨੇ ਮੈਨੂੰ ਜਾਣ ਵੇਲੇ ਦੱਸਿਆ ਕਿ ਹੁਣ ਤੈਨੂੰ ਇੱਥੇ ਹੀ ਰਹਿਣਾ ਪਵੇਗਾ। ਤੇਰਾ ਕੰਮ ਸਿਰਫ ਇਹ ਹੈ ਕਿ ਤੁਸੀਂ ਮਾਲਕ ਦੇ ਪੂਰੇ ਘਰ ਦੀ ਸਫਾਈ ਕਰਨੀ ਹੈ ਤੇ ਮਾਲਕਣ ਦੀ ਦੇਖਭਾਲ ਕਰਨੀ ਹੈ। ਤੁਸੀਂ ਉਹੀ ਕਰਨਾ ਹੈ ਜੋ ਮਾਲਕਣ ਕਹੇ। ਬਦਲੇ ਵਿੱਚ ਤੁਸੀਂ ਭਾਰਤ ਵਿੱਚ ਆਪਣੇ ਘਰ 2 ਲੱਖ ਰੁਪਏ ਭੇਜ ਸਕੋਗੇ। ਮੈਂ 2 ਲੱਖ ਰੁਪਏ ਸੁਣ ਕੇ ਹੈਰਾਨ ਰਹਿ ਗਿਆ। ਇੰਨੇ ਪੈਸੇ ਹੋਣ ਬਾਰੇ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ। ਮੈਂ ਸ਼੍ਰੀਲੰਕਾ ਦੀ ਭਾਸ਼ਾ ਸਮਝ ਨਹੀਂ ਸਕਦਾ ਸੀ, ਪਰ ਮੈਂ ਕੁਝ ਬੋਲ ਸਕਦਾ ਸੀ। ਮੈਂ ਸੋਚਿਆ ਸੀ ਕਿ ਮੋਬਾਈਲ ਰਾਹੀਂ ਸਾਰੀਆਂ ਭਾਸ਼ਾਵਾਂ ਸਿੱਖ ਲਵਾਂਗਾ। ਮਾਲਕਣ ਨੂੰ ਲੱਗਾ ਕਿ ਸ਼ਾਇਦ ਮੈਂ ਉਸ ਦੀ ਭਾਸ਼ਾ ਨਹੀਂ ਸਮਝ ਸਕਦਾ, ਇਸੇ ਲਈ ਉਹ ਮੈਨੂੰ ਸਾਰਾ ਘਰ ਸਾਫ਼ ਕਰਨ ਦਾ ਇਸ਼ਾਰਾ ਕਰ ਰਹੀ ਸੀ। ਮੈਂ ਜਾਂਦੇ ਸਾਰ ਹੀ ਆਪਣੇ ਕੰਮ ਵਿੱਚ ਰੁੱਝ ਗਿਆ ਤੇ ਪੂਰੇ ਘਰ ਦੀ ਸਫਾਈ ਕਰਨ ਲੱਗ ਪਿਆ। ਮੈਂ ਆਪਣੇ ਕੰਮ ਪੂਰੇ ਕਰਦਾ ਸੀ ਤੇ ਮਨ ਹੀ ਮਨ ਵਿੱਚ ਸੋਚਣ ਲੱਗਾ ਕਿ ਭਾਰਤ ਵਿੱਚ ਬੈਠੇ ਲੋਕਾਂ ਲਈ ਬਾਹਰ ਦੀ ਦੁਨੀਆ ਇੱਕ ਸਵਰਗ ਵਰਗੀ ਹੁੰਦੀ ਆ। ਉਹਨਾਂ ਨੂੰ ਕੀ ਪਤਾ ਕਿ ਬਾਹਰ ਜਾ ਕੇ ਕੀ ਕਰਨਾ ਪੈਂਦਾ ਤੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਇੰਨਾ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਮੈਂ ਇੱਥੇ ਨੌਕਰ ਦਾ ਕੰਮ ਹੀ ਕਰ ਰਿਹਾ ਸੀ। ਫਿਲਹਾਲ ਮੈਨੂੰ ਚੰਗੇ ਪੈਸੇ ਮਿਲ ਰਹੇ ਸਨ ਤੇ ਇਸ ਤੋਂ ਬਾਅਦ ਔਰਤ ਨੇ ਮੈਨੂੰ ਸਟੋਰ ਰੂਮ ਸਾਫ਼ ਕਰਨ ਲਈ ਕਿਹਾ। ਉਹ ਮਾਲਕਣ ਬਹੁਤ ਸੁੰਦਰ ਔਰਤ ਸੀ। 39 ਸਾਲ ਦੇ ਹੋਣ ਦੇ ਬਾਵਜੂਦ ਉਹ ਬਿਲਕੁਲ ਵੀ ਮੁਟਿਆਰ ਵਰਗੀ ਲੱਗਦੀ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਸ ਦਾ ਪਤੀ ਮਹੀਨੇ ਵਿੱਚ ਸਿਰਫ ਇੱਕ ਦਿਨ ਉਸ ਕੋਲ ਆਉਂਦਾ ਸੀ, ਕਿਉਂਕਿ ਉਹ ਆਪਣੇ ਪਤੀ ਦੀ ਚੌਥੀ ਪਤਨੀ ਸੀ। ਮੈਨੂੰ ਆਪਣੀ ਮਾਲਕਣ ਦਾ ਵਿਵਹਾਰ ਬਹੁਤ ਅਜੀਬ ਲੱਗਿਆ, ਕਿਉਂਕਿ ਆਮ ਦਿਨਾਂ ਵਿੱਚ ਉਹ ਬਹੁਤ ਵਧੀਆ ਕੱਪੜੇ ਪਾਉਂਦੀ ਸੀ, ਪਰ ਉਹਨਾਂ ਦਿਨਾਂ ਵਿੱਚ ਜਦੋਂ ਉਸ ਦਾ ਪਤੀ ਆਉਂਦਾ ਸੀ ਉਹ ਆਪਣੇ ਆਪ ਨੂੰ ਅਜੀਬੋ-ਗਰੀਬ ਦਿਖਾਉਂਦੀ, ਸਾਦੇ ਕੱਪੜੇ ਪਹਿਨਦੀ ਤੇ ਮੇਕਅਪ ਤੋਂ ਬਿਨਾਂ ਘਰ ਵਿੱਚ ਘੁੰਮਦੀ ਰਹਿੰਦੀ। ਮੈਨੂੰ ਮਾਲਕਣ ਦੀ ਇਸ ਵਿਵਹਾਰ ਬਾਰੇ ਕੁਝ ਸਮਝ ਨਹੀਂ ਆ ਰਿਹਾ ਸੀ ਤੇ ਮੈਂ ਹੈਰਾਨ ਸੀ ਕਿ ਉਹ ਅਜਿਹਾ ਕਿਉਂ ਕਰਦੀ ਹੈ। ਮੇਰੇ ਤੋਂ ਇਲਾਵਾ ਘਰ ਵਿੱਚ ਕੋਈ ਵੀ ਨੌਕਰ ਮੌਜੂਦ ਨਹੀਂ ਸੀ ਜਿਸ ਤੋਂ ਮੈਂ ਅਜਿਹਾ ਕਰਨ ਦਾ ਕਾਰਨ ਪੁੱਛ ਸਕਦਾ। ਜਦੋਂ ਵੀ ਮਾਲਕ ਆਉਂਦਾ ਤਾਂ ਮਾਲਕਣ ਆਪਣੇ ਹੱਥੀਂ ਖਾਣਾ ਤਿਆਰ ਕਰਦੀ। ਇਸੇ ਤਰ੍ਹਾਂ ਮਹੀਨੇ ਦੇ 2 ਦਿਨ ਮੈਨੂੰ ਖਾਣਾ ਨਹੀਂ ਬਣਾਉਣਾ ਪੈਂਦਾ ਸੀ ਤੇ ਮੈਂ ਬਿਲਕੁਲ ਫ੍ਰੀ ਹੁੰਦਾ ਸੀ। ਮਾਲਕ ਦੇ ਸਾਹਮਣੇ ਮਾਲਕਣ ਮੈਨੂੰ ਘੱਟ ਕੰਮ ਕਹਿੰਦੀ ਤੇ ਮੈਂ ਵੀ ਬਾਹਰ ਸੈਰ ਕਰਨ ਨਿਕਲ ਜਾਂਦਾ। ਤੇ ਫਿਰ ਮੈਂ ਇੱਕ ਲੜਕੇ ਨੂੰ ਮਿਲਿਆ ਜਿਸ ਦਾ ਨਾਮ ਸੌਰਭ ਸੀ। ਸੌਰਭ 15 ਸਾਲ ਦਾ ਲੜਕਾ ਸੀ। ਉਹ ਬਹੁਤ ਵਧੀਆ ਤੇ ਸ਼ਰੀਫ ਮੁੰਡਾ ਸੀ। ਮੇਰੇ ਵਾਂਗ ਕਿਸੇ ਵਿਅਕਤੀ ਰਾਹੀਂ ਭਾਰਤ ਤੋਂ ਸ਼੍ਰੀਲੰਕਾ ਵਿੱਚ ਕੰਮ ਕਰਨ ਆਇਆ ਸੀ। ਮੈਨੂੰ ਉਸ ਤੋਂ ਪਤਾ ਲੱਗਾ ਕਿ ਇੱਥੇ ਦਾ ਨਿਯਮ ਹੈ ਕਿ ਇੱਥੇ ਔਰਤਾਂ ਸਿਰਫ 10 ਤੋਂ 15 ਸਾਲ ਦੀ ਉਮਰ ਦੇ ਲੜਕਿਆਂ ਨੂੰ ਹੀ ਨੌਕਰੀ ਤੇ ਰੱਖਦੀਆਂ ਹਨ। ਸੌਰਭ ਮੈਨੂੰ ਇਸ ਗੱਲ ਦਾ ਜਵਾਬ ਨਹੀਂ ਦੇ ਸਕਿਆ ਕਿ ਅਜਿਹਾ ਕਿਉਂ ਆ, ਕਿਉਂਕਿ ਉਸ ਕੋਲ ਵੀ ਇਸ ਦਾ ਜਵਾਬ ਨਹੀਂ ਸੀ। ਉਹ ਮੇਰਾ ਬਹੁਤ ਚੰਗਾ ਦੋਸਤ ਬਣ ਗਿਆ ਤੇ ਕਈ ਵਾਰ ਅਸੀਂ ਇੱਕ ਦੂਜੇ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਸੀ। ਮੇਰੀ ਮਾਲਕਣ ਮੈਨੂੰ ਬੱਚਾ ਸਮਝਦੀ ਸੀ, ਇਸੇ ਲਈ ਉਹ ਕਈ ਵਾਰ ਮੇਰੇ ਤੋਂ ਆਪਣੇ ਸਿਰ ਤੇ ਹੱਥ ਪੈਰ ਦਵਾਉਂਦੀ ਤੇ ਕਈ ਵਾਰ ਆਪਣੀ ਮਾਲਿਸ਼ ਕਰਵਾਉਂਦੀ। ਮੈਨੂੰ ਕਿਸੇ ਅਜਨਬੀ ਔਰਤ ਨੂੰ ਛੂਹਣ ਵੇਲੇ ਬਹੁਤ ਸ਼ਰਮ ਮਹਿਸੂਸ ਹੁੰਦੀ ਸੀ, ਪਰ ਫਿਰ ਮੈਨੂੰ ਆਪਣੀ ਪਛਾਣ ਯਾਦ ਆਉਂਦੀ ਕਿ ਮੈਂ ਕੌਣ ਆ। ਇੱਥੇ ਮੇਰੀ ਪਛਾਣ ਕੁਝ ਹੋਰ ਆ। ਹੁਣ ਤੱਕ ਸਭ ਕੁਝ ਠੀਕ ਚੱਲ ਰਿਹਾ ਸੀ ਤੇ ਮੈਂ ਆਪਣੀ ਨੌਕਰੀ ਤੋਂ ਬਹੁਤ ਖੁਸ਼ ਅਤੇ ਬੇਫਿਕਰ ਸੀ। ਹਰ ਮਹੀਨੇ ਆਪਣੇ ਘਰ ਪੈਸੇ ਭੇਜਦਾ ਰਿਹਾ, ਪਰ ਕੁਝ ਦਿਨਾਂ ਬਾਅਦ ਮੈਨੂੰ ਪਤਾ ਲੱਗਾ ਕਿ ਇੱਥੇ ਕੁਝ ਗਲਤ ਸੀ। ਕਈ ਵਾਰ ਮਾਲਕਣ ਮੈਨੂੰ ਚਿੱਟੇ ਰੰਗ ਦਾ ਬੈਗ ਫੜਾ ਦਿੰਦੀ ਤੇ ਕਹਿੰਦੀ, ਜਾ ਕੇ ਇਸ ਬੈਗ ਨੂੰ ਹੇਠਾਂ ਫਲੈਟ ਨੰਬਰ 5 ਵਿੱਚ ਲੈ ਜਾ। ਮੇਰੀ ਮਾਲਕਣ ਮੈਨੂੰ ਆਪਣੀ ਟੁੱਟੀ ਫੁੱਟੀ ਭਾਸ਼ਾ ਵਿੱਚ ਗੱਲਾਂ ਸਮਝਾਉਂਦੀ ਤੇ ਮੈਂ ਵੀ ਕਦੇ ਇਹ ਨਹੀਂ ਪ੍ਰਗਟਾਇਆ ਸੀ ਕਿ ਮੈਂ ਉਸ ਦੀ ਭਾਸ਼ਾ ਸਮਝਦਾ ਹਾਂ। ਮੈਂ ਇਹ ਜਾਣਨ ਲਈ ਉਤਸੁਕ ਸੀ ਕਿ ਇਸ ਚਿੱਟੇ ਬੈਗ ਦੇ ਅੰਦਰ ਕੀ ਹੈ, ਪਰ ਸਪਸ਼ਟ ਹੈ ਕਿ ਮੈਂ ਇਸ ਬਾਰੇ ਆਪਣੀ ਮਾਲਕਣ ਨੂੰ ਨਹੀਂ ਪੁੱਛ ਸਕਦਾ ਸੀ। ਇੱਕ ਦਿਨ ਮੈਂ ਸੌਰਭ ਨੂੰ ਮਿਲਿਆ ਤਾਂ ਮੈਨੂੰ ਪਤਾ ਲੱਗਾ ਕਿ ਉਹ ਵੀ ਹੇਠਾਂ ਫਲੈਟ ਨੰਬਰ 5 ਵਿੱਚ ਕੰਮ ਕਰਦਾ ਹੈ। ਮੈਂ ਉਸ ਨੂੰ ਚਿੱਟੇ ਬੈਗ ਬਾਰੇ ਪੁੱਛਿਆ ਕਿ ਤੈਨੂੰ ਇਸ ਬਾਰੇ ਕੁਝ ਪਤਾ ਹੈ, ਇਸ ਵਿੱਚ ਕੀ ਹੈ? ਉਸ ਨੇ ਦੱਸਿਆ ਕਿ ਇਸ ਵਿੱਚ ਨਸ਼ਾ ਹੁੰਦਾ। ਮੈਂ ਹੈਰਾਨ ਰਹਿ ਗਿਆ ਕਿ ਨਸ਼ਾ?
ਉਹ ਵੀ ਮੈਂ ਆਪਣੇ ਹੱਥ ਰਾਹੀਂ ਇੱਕ ਔਰਤ ਤੋਂ ਲੈ ਕੇ ਦੂਜੀ ਔਰਤ ਨੂੰ ਫੜਾ ਰਿਹਾ। ਇਸ ਵਿੱਚ ਜੇ ਕਿਤੇ ਮੈਂ ਫਸ ਗਿਆ ਤਾਂ ਮੇਰਾ ਕੀ ਹੋਵੇਗਾ। ਸੌਰਵ ਨੇ ਦੱਸਿਆ ਕਿ ਇੱਥੋਂ ਦੀਆਂ ਔਰਤਾਂ ਬਹੁਤ ਨਸ਼ਾ ਕਰਦੀਆਂ ਹਨ, ਤੇਰੀ ਮਾਲਕਣ ਨਹੀਂ ਕਰਦੀ। ਮੇਰੀ ਮਾਲਕਣ ਤਾਂ ਹਰ ਰੋਜ਼ ਇਹ ਨਸ਼ਾ ਕਰਦੀ ਹੈ। ਮੈਂ ਸੌਰਵ ਦੀਆਂ ਗੱਲਾਂ ਸੁਣ ਕੇ ਡਰ ਗਿਆ। ਮੈਂ ਆਪਣੀ ਮਾਲਕਣ ਦੇ ਘਰ ਵਾਪਸ ਆ ਗਿਆ। ਘਰ ਆ ਕੇ ਮੈਂ ਉਸੇ ਤਰ੍ਹਾਂ ਕੰਮ ਵਿੱਚ ਲੱਗ ਗਿਆ ਤੇ ਮਾਲਕਣ ਮੈਨੂੰ ਹਰ ਰੋਜ਼ ਕਹਿੰਦੀ ਕਿ ਮਾਲਿਸ਼ ਕਰ। ਮੈਂ ਉਸਦੀ ਮਾਲਿਸ਼ ਕਰਦਾ। ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਇੱਕ ਦਿਨ ਮਾਲਕਣ ਤਿਆਰ ਹੋ ਕੇ ਮੈਨੂੰ ਕਹਿਣ ਲੱਗੀ ਕਿ ਮੈਂ ਬਾਹਰ ਜਾ ਰਹੀ ਹਾਂ, ਮੈਨੂੰ ਘਰ ਦਾ ਧਿਆਨ ਰੱਖਣ ਲਈ ਕਿਹਾ। ਮੈਂ ਸੋਚਿਆ ਕਿ ਮਾਲਕਣ ਨੂੰ ਵਾਪਸ ਆਉਣ ਵਿੱਚ ਸਮਾਂ ਲੱਗੇਗਾ। ਇਸ ਦੌਰਾਨ ਮੈਂ ਆਪਣੇ ਦੋਸਤ ਸੌਰਵ ਨੂੰ ਮਿਲਣ ਲਈ ਜਾਂਦਾ ਹਾਂ। ਵੈਸੇ ਵੀ ਉਹ ਬਹੁਤ ਦੂਰ ਨਹੀਂ ਸੀ। ਕੁਝ ਦੇਰ ਬਾਅਦ ਮੈਂ ਘਰੋਂ ਨਿਕਲਣ ਵਾਲਾ ਸੀ ਕਿ ਦਰਵਾਜ਼ਾ ਜ਼ੋਰ ਦੀ ਖੜਕਣ ਲੱਗਾ। ਮੈਂ ਘਬਰਾ ਕੇ ਉੱਠਿਆ ਤੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਸੌਰਵ ਖੜਾ ਸੀ। ਉਹ ਬਹੁਤ ਬੁਰੀ ਹਾਲਤ ਵਿੱਚ ਸੀ। ਉਸ ਦੇ ਕੱਪੜੇ ਫਟੇ ਹੋਏ ਸਨ ਤੇ ਉਸ ਦੇ ਵਾਲ ਬੁਰੀ ਤਰ੍ਹਾਂ ਖਿਲਰੇ ਹੋਏ ਸਨ। ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਮੈਂ ਛੇਤੀ ਨਾਲ ਉਸ ਨੂੰ ਘਰ ਦੇ ਅੰਦਰ ਲੈ ਆਇਆ। ਮੈਂ ਉਸ ਨੂੰ ਬੈਠਣ ਲਈ ਕਿਹਾ। ਉਸ ਨੂੰ ਪੀਣ ਲਈ ਪਾਣੀ ਦਿੱਤਾ। ਮੈਂ ਹੈਰਾਨੀ ਨਾਲ ਪੁੱਛਿਆ, ਸੌਰਵ ਤੂੰ ਕੀ ਹਾਲਤ ਬਣਾਈ ਆ, ਤੈਨੂੰ ਕੀ ਹੋਇਆ ਤੇ ਤੂੰ ਹੁਣ ਕਿੱਥੇ ਜਾ ਰਿਹਾ। ਕਾਹਲੀ ਵਿੱਚ ਉਸਨੇ ਕਿਹਾ ਕਿ ਹੁਣ ਮੈਨੂੰ ਸਮਝ ਆ ਗਈ ਆ ਕਿ ਸ਼੍ਰੀਲੰਕਾ ਦੀਆਂ ਔਰਤਾਂ ਸਾਡੇ ਵਰਗੇ ਨੌਜਵਾਨ ਲੜਕਿਆਂ ਨੂੰ ਨੌਕਰੀ ਤੇ ਕਿਉਂ ਰੱਖਦੀਆਂ। ਮੈਨੂੰ ਉਹਨਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ। ਪਰ ਹੁਣ ਇੱਥੇ ਮੈਂ ਹੋਰ ਇੰਤਜ਼ਾਰ ਨਹੀਂ ਕਰ ਸਕਦਾ। ਮੈਂ ਇੱਥੋਂ ਜਾ ਰਿਹਾ। ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉਸ ਤੋਂ ਜਾਣ ਦਾ ਕਾਰਨ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੈਨੂੰ ਕੁਝ ਨਾ ਦੱਸਿਆ। ਸਵੇਰੇ ਇਹ ਖਬਰ ਪੂਰੀ ਕਲੋਨੀ ਵਿੱਚ ਫੈਲ ਗਈ ਕਿ ਫਲੈਟ ਨੰਬਰ 5 ਦਾ ਨੌਕਰ ਆਪਣੀ ਮਾਲਕਣ ਦੇ ਸਿਰ ਵਿੱਚ ਡੰਡਾ ਮਾਰ ਕੇ ਉੱਥੋਂ ਭੱਜ ਗਿਆ। ਉਸਨੇ ਆਪਣੀ ਮਾਲਕਣ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਮੈਂ ਇਹ ਸੁਣ ਕੇ ਦੰਗ ਰਹਿ ਗਿਆ ਕਿਉਂਕਿ ਸੌਰਵ ਅਜਿਹਾ ਨਹੀਂ ਸੀ ਅਤੇ ਉਸਨੇ ਮੈਨੂੰ ਅਜਿਹਾ ਕੁਝ ਵੀ ਨਹੀਂ ਦੱਸਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਕੀ ਕਰਕੇ ਆਇਆ ਸੀ ਅਤੇ ਇੱਥੇ ਕੀ ਹੋ ਰਿਹਾ, ਇਹ ਕਿਉਂ ਹੋ ਰਿਹਾ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੇਰੀ ਮਾਲਕਣ ਦੀਆਂ ਹਰਕਤਾਂ ਵੀ ਬਹੁਤ ਅਜੀਬ ਸਨ ਤਾਂ ਕਿ ਸ਼੍ਰੀਲੰਕਾ ਵਿੱਚ ਰਹਿਣ ਵਾਲੀਆਂ ਸਾਰੀਆਂ ਔਰਤਾਂ ਅਜਿਹੀਆਂ ਹੀ ਹੁੰਦੀਆਂ ਹਨ। ਪਤਾ ਨਹੀਂ ਮੇਰੇ ਮਨ ਦੇ ਅੰਦਰ ਕਿਹੋ ਜਿਹੇ ਸਵਾਲ ਆ ਰਹੇ ਸਨ। ਪਤਾ ਨਹੀਂ ਸੌਰਵ ਦੀ ਮਾਲਕਣ ਨੇ ਉਸ ਨੂੰ ਕੀ ਕਿਹਾ ਸੀ। ਉਹ ਵਿਚਾਰਾ ਇੱਥੋਂ ਇਸ ਤਰ੍ਹਾਂ ਗਾਇਬ ਕਿਉਂ ਹੋ ਗਿਆ। ਮੈਂ ਇੱਕ ਦਿਨ ਆਪਣੀ ਮਾਲਕਣ ਨੂੰ ਫੋਨ ਤੇ ਕਿਸੇ ਨਾਲ ਗੱਲ ਕਰਦੇ ਸੁਣਿਆ ਕਿ ਫਲੈਟ ਨੰਬਰ 5 ਵਿੱਚ ਰਹਿ ਰਹੀ ਮਾਲਕਣ ਨੂੰ ਹੁਣ ਨਵੇਂ ਨੌਕਰ ਦੀ ਲੋੜ ਹੈ। ਸ਼ਾਮ ਨੂੰ ਜਦੋਂ ਮਾਲਕ ਆਏ ਤਾਂ ਇਹ ਮੇਰੀ ਮਾੜੀ ਕਿਸਮਤ ਸੀ ਜਾਂ ਕੁਝ ਹੋਰ। ਮਾਲਕਣ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਤੈਨੂੰ ਕਿਤੇ ਦੂਰ ਲੈ ਕੇ ਜਾਣਾ ਚਾਹੁੰਦਾ ਹਾਂ, ਤੇਰੇ ਨਾਲ ਘੁੰਮਣ ਲਈ। ਉਹਨਾਂ ਦਾ ਇਹ ਦੌਰਾ ਕਰੀਬ 1 ਹਫ਼ਤੇ ਦਾ ਸੀ। ਹੁਣ ਮੇਰਾ ਵੀ ਘਰ ਕੋਈ ਕੰਮ ਨਹੀਂ ਸੀ। ਇਸ ਲਈ ਮਾਲਕਣ ਨੇ ਕਿਹਾ ਕਿ ਜੇ ਤੂੰ ਚਾਹੇ ਤਾਂ ਤੂੰ ਵੀ ਸਾਡੇ ਨਾਲ ਆ ਸਕਦਾ। ਪਰ ਮੇਰੇ ਮਾਲਕ ਨੂੰ ਬਹੁਤ ਬੁਰਾ ਲੱਗਾ। ਅਸੀਂ ਨੌਕਰ ਨੂੰ ਆਪਣੇ ਨਾਲ ਕਿਉਂ ਲੈ ਕੇ ਜਾਵਾਂਗੇ। ਉਹ ਕਹਿਣ ਲੱਗਾ ਕਿ ਨਾਲ ਲੈ ਕੇ ਜਾਣ ਦੀ ਕੋਈ ਲੋੜ ਨਹੀਂ, ਇਸ ਨੂੰ ਇੱਥੇ ਹੀ ਰਹਿਣ ਦਿਓ। ਮਾਲਕਣ ਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਕਰ, ਫਲੈਟ ਨੰਬਰ 5 ਵਿੱਚ ਚਲਾ ਜਾ। ਉਸ ਦੀ ਮਾਲਕਣ ਨੂੰ ਇੱਕ ਨਵੇਂ ਨੌਕਰ ਦੀ ਲੋੜ ਆ। ਤੂੰ ਉਹਨਾਂ ਦੇ ਘਰ ਨਾਲ ਰਹਿ ਤੇ ਉਹਨਾਂ ਦੇ ਘਰ ਦਾ ਕੰਮ ਕਰ ਜਦੋਂ ਤੱਕ ਅਸੀਂ ਘਰ ਨਹੀਂ ਆਉਂਦੇ। ਮੈਂ ਜਾਣਾ ਨਹੀਂ ਚਾਹੁੰਦਾ ਸੀ ਪਰ ਮੈਂ ਬੇਵੱਸ ਸੀ। ਮੈਂ ਉੱਥੇ ਜਾਂਦੇ ਸਮੇਂ ਬਹੁਤ ਡਰ ਗਿਆ। ਪਤਾ ਨਹੀਂ ਸੌਰਵ ਨੂੰ ਕੀ ਹੋ ਗਿਆ ਹੋਵੇਗਾ ਕਿ ਉਹ ਇੱਥੋਂ ਕਿਉਂ ਭੱਜ ਗਿਆ ਹੋਵੇਗਾ। ਮੈਂ ਫਲੈਟ ਨੰਬਰ 5 ਵਿੱਚ ਆ ਗਿਆ। ਇਸ ਘਰ ਦੀ ਮਾਲਕਣ ਦੀ ਉਮਰ 45 ਸਾਲ ਦੇ ਲਗਭਗ ਸੀ ਤੇ ਦਿੱਖ ਵਿੱਚ ਸੁਧਾਰਨ ਸੀ। ਉਹ ਔਰਤ ਬਹੁਤ ਖਾਸ ਨਹੀਂ ਸੀ। ਮੈਨੂੰ ਦੇਖਦੇ ਹੀ ਬੋਲੀ, ਅੱਜ ਤੂੰ ਮੇਰਾ ਮਹਿਮਾਨ ਆ। ਅੱਜ ਮੇਰੇ ਲਈ ਬਹੁਤ ਕੁਝ ਖਾਸ ਦੇਣਾ। ਤੂੰ ਕੱਲ੍ਹ ਤੋਂ ਆਪਣਾ ਕੰਮ ਸ਼ੁਰੂ ਕਰੀਂ। ਅੱਜ ਤੋਂ ਮੇਰੇ ਨਾਲ ਸਮਾਂ ਬਿਤਾਉਣਾ। ਮੈਂ ਡਰ ਗਿਆ ਤੇ ਉਸ ਲਈ ਖਾਣਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹ ਬੜੀ ਅਜੀਬ ਕਿਸਮ ਦੀ ਔਰਤ ਸੀ। ਅਸਲ ਵਿੱਚ ਸ਼੍ਰੀਲੰਕਾ ਵਿੱਚ ਰਹਿੰਦੀਆਂ ਸਾਰੀਆਂ ਔਰਤਾਂ ਜੋ ਮੈਂ ਹੁਣ ਤੱਕ ਦੇਖਦਾ ਆਇਆ ਹਾਂ, ਉਹ ਬਹੁਤ ਅਜੀਬ ਆਦਤਾਂ ਵਾਲੀਆਂ ਸੀ। ਪਤਾ ਨਹੀਂ ਉਹਨਾਂ ਦੀਆਂ ਕਿਹੋ ਜਿਹੀਆਂ ਅਜੀਬੋ-ਗਰੀਬ ਹਰਕਤਾਂ ਸਨ। ਪਰ ਉਸ ਫਲੈਟ ਨੰਬਰ 5 ਦੀ ਮਾਲਕਣ ਨੂੰ ਦੇਖ ਕੇ ਮੈਨੂੰ ਬਹੁਤ ਬੇਚੈਨੀ ਹੋਣ ਲੱਗੀ। ਪਤਾ ਨਹੀਂ ਯਕੀਨੀ ਤੌਰ ਤੇ ਕੁਝ ਗਲਤ ਸੀ। ਖਾਣਾ ਖਾਂਦੇ ਸਮੇਂ ਔਰਤ ਬਹੁਤ ਹੀ ਅਜੀਬ ਹਰਕਤਾਂ ਕਰ ਰਹੀ ਸੀ। ਉਸਨੇ ਮੈਨੂੰ ਉਸਦੇ ਨੇੜੇ ਬੈਠਣ ਲਈ ਕਿਹਾ ਤਾਂ ਮੈਂ ਉਸਦੇ ਨੇੜੇ ਕੁਰਸੀ ਤੇ ਬੈਠ ਗਿਆ ਤੇ ਮਜਬੂਰ ਹੋ ਗਿਆ। ਉਸਨੇ ਚਮਚੇ ਵਿੱਚ ਖਾਣਾ ਲਿਆ ਤੇ ਚਮਚਾ ਮੇਰੇ ਵੱਲ ਵਧਾਇਆ ਤੇ ਕਿਹਾ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਖਵਾਵਾਂਗੀ। ਮੈਂ ਬਹੁਤ ਹੈਰਾਨ ਹੋਇਆ ਤੇ ਮੁਸੀਬਤ 'ਚ ਫਸ ਗਿਆ। ਬਸ ਮੈਂ ਇਸ ਔਰਤ ਤੋਂ ਕਿਸੇ ਤਰ੍ਹਾਂ ਬਚ ਕੇ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੇਰੇ ਲਈ ਬਚਣ ਦਾ ਕੋਈ ਰਾਹ ਨਹੀਂ ਸੀ। ਇਸ ਲਈ ਮਜਬੂਰਨ ਮੈਨੂੰ ਉਸ ਔਰਤ ਦੇ ਹੱਥ ਦਾ ਖਾਣਾ ਖਾਣਾ ਪਿਆ।
ਨਾਸ਼ਤਾ ਕਰਨ ਤੋਂ ਬਾਅਦ ਜਦੋਂ ਮੈਂ ਮੇਜ਼ ਤੇ ਰੱਖੇ ਭਾਂਡੇ ਚੁੱਕਣ ਲੱਗਾ ਤਾਂ ਉਸਨੇ ਮੈਨੂੰ ਰੋਕਿਆ ਤੇ ਕਿਹਾ ਕਿ ਮੈਂ ਆਪ ਹੀ ਕਰ ਲਵਾਂਗੀ, ਤੂੰ ਅੱਜ ਆਰਾਮ ਕਰ। ਮੈਨੂੰ ਅੰਦਰੋਂ ਘੁੱਟਣ ਮਹਿਸੂਸ ਹੋਣ ਲੱਗੀ ਕਿ ਇਹ ਕਿਹੋ ਜਿਹੀ ਔਰਤ ਆ ਜੋ ਨੌਕਰ ਨੂੰ ਆਰਾਮ ਕਰਨ ਲਈ ਕਹਿ ਰਹੀ ਆ ਤੇ ਸਾਰਾ ਕੰਮ ਆਪ ਕਰ ਰਹੀ ਆ। ਅਗਲੇ ਦਿਨ ਜਦੋਂ ਮੈਂ ਘਰ ਦਾ ਕੰਮ ਕਰਨਾ ਚਾਹਿਆ ਤਾਂ ਉਸਨੇ ਮੈਨੂੰ ਰੋਕ ਦਿੱਤਾ। ਹੁਣ ਮੈਨੂੰ ਇਸ ਔਰਤ ਤੇ ਵੀ ਸ਼ੱਕ ਹੋਣ ਲੱਗਾ ਕਿ ਇਹ ਮੇਰੇ ਤੋਂ ਘਰ ਦੇ ਕੰਮ ਕਿਉਂ ਨਹੀਂ ਕਰਵਾ ਰਹੀ ਤੇ ਉਸਨੇ ਮੈਨੂੰ ਆਪਣੇ ਘਰ ਕਿਉਂ ਬੁਲਾਇਆ। ਮੇਰੇ ਕੋਲ ਸੌਰਵ ਦਾ ਨੰਬਰ ਵੀ ਨਹੀਂ ਸੀ, ਨਹੀਂ ਤਾਂ ਮੈਂ ਉਸ ਨੂੰ ਫੋਨ ਕਰਕੇ ਪੁੱਛਦਾ ਕਿ ਉਹ ਇੱਥੋਂ ਕਿਉਂ ਗਿਆ। ਰਾਤ ਨੂੰ ਮੈਂ ਰਸੋਈ 'ਚ ਖੜਾ ਪਾਣੀ ਪੀ ਰਿਹਾ ਸੀ ਤਾਂ ਦੇਖਿਆ ਕਿ ਮੈਡਮ ਵੀਡੀਓ ਕਾਲ ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਮੈਂ ਬਹੁਤ ਹੈਰਾਨ ਹੋਇਆ ਤੇ ਅੱਗੇ ਹੋ ਕੇ ਦੇਖਿਆ ਤਾਂ ਉਹ ਉਹੀ ਆਦਮੀ ਸੀ ਜਿਸ ਨੇ ਮੈਨੂੰ ਇੱਥੇ ਭੇਜਿਆ ਸੀ। ਮੈਂ ਲੁਕ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਉਹ ਆਦਮੀ ਕਿਸ ਬਾਰੇ ਗੱਲ ਕਰ ਰਿਹਾ ਸੀ? ਉਹ ਆਦਮੀ ਕਹਿ ਰਿਹਾ ਸੀ ਕਿ ਮੈਡਮ ਚਿੰਤਾ ਨਾ ਕਰੋ, ਇੱਥੇ ਭਾਰਤ ਵਿੱਚ ਬਹੁਤ ਸਾਰੇ ਅਜਿਹੇ ਮੂਰਖ ਲੋਕ ਹਨ ਜੋ ਵਿਦੇਸ਼ ਜਾ ਕੇ ਕੰਮ ਕਰਨ ਲਈ ਬੇਤਾਬ ਹਨ। ਮੈਂ ਜਲਦੀ ਹੀ ਤੁਹਾਡੇ ਲਈ ਇੱਕ ਨਵਾਂ ਸ਼ਿਕਾਰ ਲੱਭਾਂਗਾ। ਹੁਣ ਮੈਨੂੰ ਅਹਿਸਾਸ ਹੋ ਰਿਹਾ ਸੀ ਕਿ ਜਿਸ ਆਦਮੀ ਨੇ ਮੈਨੂੰ ਇੱਥੇ ਭੇਜਿਆ ਸੀ ਉਸਨੇ ਮੇਰੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਸੀ, ਸਗੋਂ ਉਹ ਇਹਨਾਂ ਔਰਤਾਂ ਲਈ ਕੰਮ ਕਰਦਾ ਸੀ। ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕਿਹੜਾ ਕੰਮ ਸੀ। ਮੈਨੂੰ ਇੱਥੇ ਆਏ 4 ਮਹੀਨੇ ਹੋ ਗਏ ਸਨ, ਪਰ ਅਜੇ ਮੈਨੂੰ ਸੱਚਾਈ ਦਾ ਪਤਾ ਨਹੀਂ ਲੱਗਾ ਸੀ ਕਿ ਇੱਕ ਦਿਨ ਇਸ ਨਵੀਂ ਮਾਲਕਣ ਨੇ ਮੈਨੂੰ ਕੱਪੜੇ ਦਿੱਤੇ ਤੇ ਕਿਹਾ ਕਿ ਇਹ ਕੱਪੜੇ ਪਹਿਨ ਕੇ ਚੰਗੀ ਤਰ੍ਹਾਂ ਤਿਆਰ ਹੋ ਜਾ, ਅਸੀਂ ਬਾਹਰ ਜਾ ਰਹੇ ਹਾਂ। ਮੈਂ ਉਹੀ ਕੀਤਾ ਜਿਵੇਂ ਔਰਤ ਨੇ ਮੈਨੂੰ ਕਿਹਾ ਸੀ। ਮੈਂ ਆਪਣੇ ਆਪ ਨੂੰ ਹਾਲਾਤਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਤੇ ਜਿਵੇਂ ਹੋਵੇਗਾ ਦੇਖਿਆ ਜਾਵੇਗਾ। ਜਦੋਂ ਮੈਂ ਮੰਨ ਗਿਆ ਤਾਂ ਮਾਲਕਣ ਨੇ ਕਿਹਾ ਕਿ ਮੇਰੇ ਨਾਲ ਕਾਰ ਵਿੱਚ ਬੈਠ, ਅਸੀਂ ਕਿਤੇ ਜਾਣਾ। ਮੈਂ ਜਾ ਕੇ ਉਸ ਨਾਲ ਕਾਰ 'ਚ ਬੈਠ ਗਿਆ। ਉਹ ਕਾਰ ਚਲਾ ਰਹੀ ਸੀ। ਕਾਰ ਇੱਕ ਵੱਡੇ ਹੋਟਲ ਦੇ ਸਾਹਮਣੇ ਰੁਕੀ। ਉਹ ਮੈਨੂੰ ਉਸ ਹੋਟਲ ਦੇ ਅੰਦਰ ਲੈ ਗਈ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਚਾਹੁੰਦੀ ਆ। ਮੇਰੇ ਦਿਮਾਗ ਤੋਂ ਨੇ ਪਹਿਲਾਂ ਮੈਨੂੰ ਚੇਤਾਵਨੀ ਦਿੱਤੀ ਸੀ ਕਿ ਕੁਝ ਗਲਤ ਹੋਣ ਵਾਲਾ, ਇਸ ਲਈ ਮੈਂ ਪਹਿਲਾਂ ਹੀ ਪ੍ਰਬੰਧ ਕਰ ਲਿਆ ਸੀ। ਉਸਨੇ ਹੋਟਲ ਵਿੱਚ ਇੱਕ ਕਮਰਾ ਬੁੱਕ ਕਰਾਇਆ ਤੇ ਅਸੀਂ ਦੋਵੇਂ ਕਮਰੇ ਅੰਦਰ ਚਲੇ ਗਏ। ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹੀ ਉਸਦੇ ਇਰਾਦੇ ਵਿਗੜਨੇ ਸ਼ੁਰੂ ਹੋ ਗਏ। ਮੈਂ ਸਮਝ ਗਿਆ ਕਿ ਉਹ ਔਰਤ ਮੈਨੂੰ ਇੱਥੇ ਗਲਤ ਕੰਮ ਕਰਨ ਲਈ ਲੈ ਕੇ ਆਈ ਆ। ਅਣਜਾਣੇ ਵਿੱਚ ਐਕਟਿੰਗ ਕਰਦੇ ਹੋਏ ਮੈਂ ਪੁੱਛਿਆ, ਮਾਲਕਣ ਤੁਸੀਂ ਮੈਨੂੰ ਇੱਥੇ ਕਿਉਂ ਲਿਆਏ ਹੋ? ਤਾਂ ਉਸਨੇ ਕਿਹਾ ਕਿ ਤੂੰ ਅਜੇ ਬੱਚਾ, ਤੈਨੂੰ ਸਮਝ ਨਹੀਂ, ਜਿਵੇਂ ਮੈਂ ਕਹਾਂਗੀ ਉਸੇ ਤਰ੍ਹਾਂ ਕਰਦਾ ਰਹੀਂ। ਮੈਂ ਕਿਹਾ ਠੀਕ ਆ, ਪਰ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਉਸ ਦਿਨ ਸੌਰਵ ਨੇ ਤੁਹਾਡੇ ਨਾਲ ਕੀ ਕੀਤਾ ਸੀ? ਤਾਂ ਉਸਨੇ ਕਿਹਾ ਕਿ ਮੈਂ ਦੱਸਦੀ ਹਾਂ। ਸਾਡੇ ਇਸ ਪੂਰੇ ਇਲਾਕੇ ਵਿੱਚ ਜਿੰਨੀਆਂ ਵੀ ਔਰਤਾਂ ਰਹਿੰਦੀਆਂ, ਇਹ ਸਾਰੀਆਂ ਜਾਂ ਤਾਂ ਤਲਾਕਸ਼ੁਦਾ ਹਨ ਜਾਂ ਆਪਣੇ ਪਤੀ ਦੀਆਂ ਦੂਜੀਆਂ ਜਾਂ ਤੀਜੀਆਂ ਪਤਨੀਆਂ ਹਨ। ਕਈਆਂ ਨੂੰ ਆਪਣੇ ਪਤੀ ਦੁਆਰਾ ਤਸੀਹੇ ਦਿੱਤੇ ਜਾਂਦੇ ਹਨ। ਹਰ ਕਿਸੇ ਕੋਲ ਬਹੁਤ ਪੈਸਾ ਹੈ ਕਿਉਂਕਿ ਇੱਥੇ ਲੋਕ ਬਹੁਤ ਅਮੀਰ ਹਨ, ਪਰ ਉਹਨਾਂ ਨੂੰ ਖੁਸ਼ ਰੱਖਣ ਲਈ ਆਦਮੀ ਨਹੀਂ। ਸਾਡੀਆਂ ਭਾਵਨਾਵਾਂ ਤੇ ਜਜ਼ਬਾਤਾਂ ਤੋਂ ਮਜਬੂਰ ਮੇਰੇ ਵਰਗੀਆਂ ਔਰਤਾਂ ਕੋਲ ਇਸ ਗਲਤ ਹਰਕਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ ਤੇ ਅਸੀਂ ਕੋਈ ਹੋਰ ਤਰੀਕਾ ਅਪਣਾ ਸਕੀਏ। ਅਸੀਂ ਭਾਰਤ ਦਾ ਇੱਕ ਏਜੰਟ ਬਣਾਇਆ ਹੈ, ਉਹ ਸਾਡੇ ਲਈ ਨੌਜਵਾਨ ਲੜਕੀਆਂ ਦਾ ਪ੍ਰਬੰਧ ਕਰਦਾ ਹੈ। ਅਸੀਂ ਉਸ ਨੂੰ ਕਿਹਾ ਕਿ ਉਹ ਸਾਡੇ ਲਈ 16 ਤੋਂ 17 ਸਾਲ ਦੇ ਉਮਰ ਦੇ ਲੜਕਿਆਂ ਦਾ ਪ੍ਰਬੰਧ ਕਰੇ। ਉਹ ਜਿੰਨੇ ਮੁੰਡੇ ਭੇਜੇਗਾ ਉਨੇ ਪੈਸੇ ਮਿਲਣਗੇ। ਇਹਨਾਂ ਲੜਕਿਆਂ ਨੂੰ ਨੌਕਰੀ ਤੇ ਰੱਖਣ ਦੇ ਬਹਾਨੇ ਅਸੀਂ ਆਪਣੀ ਕਾਮ ਵਾਸ਼ਨਾ ਪੂਰੀ ਕਰਦੀਆਂ ਹਾਂ, ਜਿਵੇਂ ਮੈਂ ਅੱਜ ਇੱਥੇ ਤੇਰੇ ਨਾਲ ਕਰਨਾ ਚਾਹੁੰਦੀ ਹਾਂ। ਮੈਂ ਕਿਹਾ ਕਿ ਤੁਸੀਂ ਸੌਰਵ ਨਾਲ ਅਜਿਹਾ ਹੀ ਕੀਤਾ ਜਿਸ ਕਾਰਨ ਇਸ ਨੂੰ ਇੱਥੋਂ ਭੱਜਣਾ ਪਿਆ। ਉਸਨੇ ਕਿਹਾ ਕਿ ਮੈਂ ਉਸ ਨੂੰ ਬਹੁਤ ਪਸੰਦ ਕਰਦੀ ਸੀ, ਪਰ ਉਹ ਮੇਰੇ ਵੱਲ ਵੇਖਦਾ ਵੀ ਨਹੀਂ ਸੀ। ਮੈਂ ਉਸ ਲਈ ਇੰਨੀ ਚੰਗੀ ਤਰ੍ਹਾਂ ਤਿਆਰ ਹੁੰਦੀ ਸੀ। ਇਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇੰਜ ਲੱਗ ਰਿਹਾ ਸੀ ਜਿਵੇਂ ਸਾਰਾ ਅਸਮਾਨ ਮੇਰੇ ਤੇ ਡਿੱਗ ਪਿਆ ਹੋਵੇ। ਮੈਂ ਦੰਗ ਰਹਿ ਗਿਆ। ਮੈਨੂੰ ਉਹ ਦਿਨ ਯਾਦ ਆ ਗਿਆ ਜਿਸ ਦਿਨ ਸੌਰਵ ਨਾਲ ਹਾਦਸਾ ਹੋਇਆ ਸੀ। ਹੁਣ ਮੈਨੂੰ ਸਾਰੀ ਕਹਾਣੀ ਸਮਝ ਆ ਗਈ ਸੀ। ਔਰਤ ਨੇ ਸਾਰੀ ਕਹਾਣੀ ਸੁਣਾਉਂਦੇ ਹੋਏ ਕਿਹਾ, ਹੁਣ ਤੇਰੇ ਕੋਲ ਬਚਣ ਦਾ ਕੋਈ ਰਾਸਤਾ ਨਹੀਂ। ਤੈਨੂੰ ਮੇਰੀ ਸ਼ਰਤ ਪੂਰੀ ਕਰਨੀ ਪਵੇਗੀ, ਨਹੀਂ ਤਾਂ ਮੈਂ ਤੈਨੂੰ ਪੁਲਿਸ ਹਵਾਲੇ ਕਰ ਦਿਆਂਗੀ ਤੇ ਤੇਰੇ ਤੇ ਚੋਰੀ ਦਾ ਦੋਸ਼ ਲਗਾ ਦੇਵਾਂਗੀ। ਉਸ ਤੋਂ ਬਾਅਦ ਤੂੰ ਕਿਤੇ ਵੀ ਮੂੰਹ ਨਹੀਂ ਦਿਖਾ ਸਕੇਂਗਾ ਤੇ ਸਾਰੀ ਉਮਰ ਜੇਲ੍ਹ ਵਿੱਚ ਸੜ ਕੇ ਰਹਿ ਜਾਵੇਂਗਾ। ਸੋਚ ਲੈ ਕੀ ਕਰਨਾ। ਜੇਕਰ ਤੂੰ ਮੇਰੀ ਗੱਲ ਨਹੀਂ ਸੁਣੇਗਾ ਤਾਂ ਸਾਰੀ ਉਮਰ ਭਾਰਤ ਦਾ ਚਿਹਰਾ ਦੇਖਣ ਨੂੰ ਨਹੀਂ ਮਿਲੇਗਾ। ਉਸਨੇ ਪੂਰੀ ਯੋਜਨਾ ਬਣਾ ਕੇ ਹੀ ਮੇਰੇ ਨਾਲ ਗੱਲ ਕੀਤੀ। ਮੇਰੇ ਕੋਲ ਵੀ ਕੋਈ ਚਾਰਾ ਨਹੀਂ ਬਚਿਆ ਸੀ। ਮੈਂ ਸ਼ਾਇਦ ਇਸ ਔਰਤ ਦੀਆਂ ਗੱਲਾਂ ਵਿੱਚ ਆ ਜਾਂਦਾ ਕਿਉਂਕਿ ਇਹ ਔਰਤ ਬਹੁਤ ਚਲਾਕ ਸੀ। ਜੇਕਰ ਮੈਂ ਵੀ ਇੱਕ ਮਾਸੂਮ 17-18 ਸਾਲ ਦਾ ਮੁੰਡਾ ਹੁੰਦਾ, ਪਰ ਸ਼ਾਇਦ ਉਹ ਨਹੀਂ ਜਾਣਦੀ ਸੀ ਕਿ ਮੈਂ 29 ਸਾਲ ਦਾ ਨੌਜਵਾਨ ਸੀ। ਮੈਂ ਕੱਦ ਵਿੱਚ ਛੋਟਾ ਸੀ, ਪਰ ਮੈਂ ਆਪਣੀ ਉਮਰ ਤੋਂ ਸਿਆਣਾ ਸੀ। ਮੈਂ ਜਿਸ ਤਰ੍ਹਾਂ ਦਿਖਦਾ ਹਾਂ, ਮੈਂ ਅੰਦਰੋਂ ਅਜਿਹਾ ਨਹੀਂ ਹਾਂ। ਮੈਂ ਛੋਟਾ ਹਾਂ, ਪਰ ਮੇਰਾ ਦਿਮਾਗ ਬਹੁਤ ਵੱਡਾ।
ਮੈਂ ਉਸ ਦੇ ਡਰਿੰਕ ਵਿੱਚ ਨੀਂਦ ਦੀਆਂ ਗੋਲੀਆਂ ਮਲਾਈਆਂ ਤੇ ਆਪਣੇ ਹੱਥ ਨਾਲ ਇਸ ਔਰਤ ਨੂੰ ਬੜੇ ਪਿਆਰ ਨਾਲ ਪੀਣ ਲਈ ਦਿੱਤੀਆਂ। ਕੁਝ ਸਮੇਂ ਬਾਅਦ ਔਰਤ ਹੌਲੀ-ਹੌਲੀ ਬੇਹੋਸ਼ ਹੋਣ ਲੱਗੀ ਤੇ ਉਹ ਪੂਰੀ ਤਰ੍ਹਾਂ ਸੌਂ ਗਈ। ਮੈਂ ਹੁਣ ਉੱਥੋਂ ਨਿਕਲ ਗਿਆ। ਉਹ ਨੌਜਵਾਨ ਲੜਕਿਆਂ ਦੀ ਵਰਤੋਂ ਕਰਦੀ ਸੀ ਜੋ ਉਹ ਉਹਨਾਂ ਨੂੰ ਡਰਾ ਧਮਕਾ ਕੇ ਕਾਬੂ ਕਰ ਸਕੇ ਤੇ ਉਹਨਾਂ ਤੋਂ ਆਪਣਾ ਕੰਮ ਕਰਵਾ ਸਕੇ। ਮੇਰੇ ਬਾਰੇ ਉਸ ਦੀ ਗਲਤਫਹਿਮੀ ਇਹ ਸੀ ਕਿ ਮੈਂ ਛੋਟਾ ਬੱਚਾ ਸੀ ਤੇ ਇਹ ਗਲਤਫਹਿਮੀ ਉਸ ਨੂੰ ਭਾਰੀ ਪੈ ਗਈ। ਅੱਜ ਮੇਰੀ ਉਮਰ ਨੇ ਹੀ ਮੈਨੂੰ ਬਚਾ ਲਿਆ ਸੀ। ਮੈਂ ਸੋਚਿਆ ਕਿ ਹੁਣ ਮੈਂ ਇੱਥੋਂ ਇੰਡੀਆ ਚਲਾ ਜਾਵਾਂਗਾ। ਇੱਕ ਗੱਲ ਜੋ ਮੈਂ ਤੁਹਾਨੂੰ ਆਪਣੀ ਕਹਾਣੀ ਰਾਹੀਂ ਦੱਸਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਸਾਡੇ ਵਿੱਚੋਂ ਬਹੁਤ ਸਾਰੇ ਸੋਚਦੇ ਹਨ ਕਿ ਸਿਰਫ ਔਰਤਾਂ ਹੀ ਲਾਚਾਰ ਹਨ, ਸਿਰਫ ਇਹਨਾਂ ਨੂੰ ਹੀ ਸਤਾਇਆ ਜਾਂਦਾ। ਸਾਡੇ ਵਿੱਚੋਂ ਕੋਈ ਇਹ ਨਹੀਂ ਸੋਚਦਾ ਕਿ ਆਦਮੀ ਨੂੰ ਵੀ ਤੰਗ ਕੀਤਾ ਜਾ ਸਕਦਾ, ਉਸ ਉੱਤੇ ਜ਼ੁਲਮ ਵੀ ਹੋ ਸਕਦਾ। ਜੇ ਅਸੀਂ ਇਸ ਨੂੰ ਸਮਝ ਸਕੀਏ ਤਾਂ ਦੁਨੀਆ ਦੀਆਂ ਬਹੁਤ ਸਾਰੀਆਂ ਬੁਰਾਈਆਂ ਆਪਣੇ ਆਪ ਖਤਮ ਹੋ ਜਾਣਗੀਆਂ। ਇੱਥੇ ਬਹੁਤ ਸਾਰੇ ਲੜਕੇ ਹਨ ਜੋ ਇਸ ਤਰ੍ਹਾਂ ਦੇ ਸ਼ਿਕਾਰ ਹੋਏ ਹਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਥੋੜ੍ਹੇ ਜਿਹੇ ਲਾਲਚ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ। ਮੈਂ ਵੀ ਥੋੜ੍ਹੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਆ ਕੇ ਅਜਿਹੀ ਦਲਦਲ ਵਿੱਚ ਫਸ ਚੁੱਕਾ ਸੀ ਜਿੱਥੋਂ ਨਿਕਲਣ ਦਾ ਕੋਈ ਹੱਲ ਨਹੀਂ ਸੀ, ਪਰ ਮੇਰੀ ਕਿਸਮਤ ਚੰਗੀ ਸੀ ਕਿ ਮੈਂ ਉੱਥੋਂ ਨਿਕਲ ਗਿਆ। ਸੋ ਦੋਸਤੋ, ਇਸੀ ਸਾਡੀ ਅੱਜ ਦੀ ਕਹਾਣੀ। ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।